ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 350। 1 ਜੂਨ ਨੂੰ ਆਖਰੀ ਹੱਲਾ ਬੋਲਣ ਦੀ ਸਾਰੀ ਤਿਆਰੀ ਹੋ ਚੁੱਕੀ ਸੀ। ਸਰਕਾਰ ਦੇ ਅਰਧ ਸੈਨਿਕ ਬਲਾਂ ਘੋਖਵੀਂ CRPF ਸੀਮਾ ਸੁਰੱਖਿਆ ਬਲਾਂ ਨੇ ਭਿੰਨ-ਭਿੰਨ ਥਾਵਾਂ ਵੱਲੋਂ ਗੋਲਾਬਾਰੀ ਸ਼ੁਰੂ ਕਰ ਦਿੱਤੀ। ਉਹਨਾਂ ਦਾ ਮਨੋਰਥ ਇਹ ਵੇਖਣਾ ਸੀ ਕਿ ਖਾਲਿਸਤਾਨੀ ਦਰਬਾਰ ਸਾਹਿਬ ਦੇ ਕਿਹੜੇ ਪਾਸੇ ਸਨ ਤੇ ਉਹਨਾਂ ਕੋਲ ਕਿਹੋ ਜਿਹੇ ਹਥਿਆਰ ਸਨ। 8 ਘੰਟੇ ਦੀ ਘੋਖਵੀਂ ਗੋਲਾਬਾਰੀ ਪਿੱਛੋਂ ਵੀ ਘਿਰੇ ਹੋਏ ਲੋਕਾਂ ਨੇ ਅੱਗੋਂ ਗੋਲੀ ਨਾ ਚਲਾਈ। ਮੰਦਰ ਦੇ ਅੰਦਰ ਦੇ ਸਾਰੇ 11 ਆਦਮੀ ਮਾਰੇ ਗਏ ਤੇ ਦਰਜਨ ਜ਼ਖਮੀ ਹੋਏ। 9 ਵਜੇ ਰਾਤ ਨੂੰ ਸ਼ਹਿਰ ਵਿੱਚ 30 ਘੰਟਿਆਂ ਲਈ ਕਰਫਿਊ ਲਾ ਦਿੱਤਾ ਗਿਆ। ਸੰਤ ਲੌਂਗੋਵਾਲ ਨੇ ਗਿਆਨੀ ਜੈਲ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਉਹਦਾ ਸਕੱਤਰ ਹਰ ਵਾਰ ਕਹਿ ਦਿੰਦਾ ਕਿ ਉਹ ਮਿਲ ਨਹੀਂ ਸਕਦੇ। ਲੌਂਗੋਵਾਲ ਨੇ ਅਕਾਲੀ ਹਾਈ ਕਮਾਂਡ ਦੀ ਮੀਟਿੰਗ ਬੁਲਾਈ, ਪਰ ਟੌਡੇ ਤੋਂ ਬਿਨਾਂ ਹੋਰ ਕੋਈ ਨਾ ਪਹੁੰਚਿਆ। ਇਹ ਮੀਟਿੰਗ 4 ਜੂਨ ਤੱਕ ਮੁਲਤਵੀ ਕਰ ਦਿੱਤੀ ਗਈ। ਲੌਂਗੋਵਾਲ ਨੇ ਇੱਕ ਪੱਤਰ ਸ਼੍ਰੀਮਤੀ ਗਾਂਧੀ 'ਤੇ ਇਹ ਇਲਜ਼ਾਮ ਲਾਉਂਦਿਆਂ ਲਿਖਿਆ ਕਿ ਉਸ ਨੇ ਸਿੱਖਾਂ ਵਿਰੁੱਧ ਨਵੀਂ ਜੰਗ ਛੇੜ ਦਿੱਤੀ ਹੈ ਤੇ ਉਸ ਨੂੰ ਇਹ ਤਾੜਨਾ ਵੀ ਕੀਤੀ ਕਿ ਜੇ ਦਰਬਾਰ ਸਾਹਿਬ ਵੱਲ ਗੋਲੀ ਚਲਾਈ, ਇੱਕ-ਇੱਕ ਗੋਲੀ ਹਰ ਸਿੱਖ ਨੂੰ ਲੱਗੇਗੀ, ਭਾਵੇਂ ਉਹ ਦੁਨੀਆ ਵਿੱਚ ਕਿਸੇ ਵੀ ਥਾਂ 'ਤੇ ਹੋਵੇ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਸਿੱਖਾਂ ਨੂੰ ਲੜਾਈ ਲੜਨ ਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਪ੍ਰਾਰਥਨਾ ਕੀਤੀ। ਕਾਰਵਾਈ ਲਈ ਸਭ ਰੋਕਾਂ ਦੂਰ ਕਰ ਦਿੱਤੀਆਂ ਗਈਆਂ। ਵਿਦੇਸ਼ੀਆਂ ਦਾ ਪੰਜਾਬ ਵਿੱਚ ਦਾਖਲਾ ਰੋਕਣ ਲਈ ਅਧਿਆਦੇਸ਼ ਜਾਰੀ ਕਰ ਦਿੱਤੇ ਗਏ। ਪੰਜਾਬੀ ਅਖਬਾਰਾਂ 'ਤੇ ਸੈਂਸਰਸ਼ਿਪ ਲਾ ਦਿੱਤੀ ਗਈ। ਰੇਲ, ਸੜਕਾਂ ਤੇ ਹਵਾਈ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ। ਦਰਬਾਰ ਸਾਹਿਬ ਦੀ ਬਿਜਲੀ ਬੰਦ ਕਰ ਦਿੱਤੀ ਗਈ, ਜਿਸ ਨਾਲ ਦਰਬਾਰ ਸਮੂਹ ਵਿੱਚ ਹਨੇਰਾ ਪਸਰ ਗਿਆ। ਦਰਬਾਰ ਸਾਹਿਬ ਦਾ ਘੇਰਾ ਹੋਰ ਤੰਗ ਕਰ ਦਿੱਤਾ ਗਿਆ। ਭਿੰਡਰਾਂਵਾਲੇ ਦੇ ਆਦਮੀਆਂ ਨੇ ਵੱਖ-ਵੱਖ ਥਾਵਾਂ 'ਤੇ ਫੌਜ ਦੀ ਨਕਲੋ ਹਰਕਤ ਵੇਖਣ ਲਈ ਉਹਨਾਂ ਨੂੰ ਅੱਗੇ ਵਧਣ ਦੇ ਯਤਨਾਂ 'ਚ ਰੋਕ ਪਾਉਣ ਲਈ ਅੱਗ ਜਲਾਈ। ਰੱਖਿਅਕਾਂ ਨੂੰ ਸ਼ਕਤੀ ਨਾਲ ਡਰਾਉਣ ਦੇ ਯਤਨ ਅਸਫਲ ਹੋ ਗਏ। 3 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਵਾਲੇ ਦਿਨ ਦਰਬਾਰ ਸਾਹਿਬ ਵਿੱਚ ਹਾਜ਼ਰੀ ਆਮ ਦਿਨਾਂ ਵਾਂਗ ਜ਼ਿਆਦਾ ਨਹੀਂ ਸੀ, ਫਿਰ ਵੀ ਇਹ ਹਜ਼ਾਰਾਂ ਤੱਕ ਪਹੁੰਚ ਗਈ ਸੀ ਕਿਉਂਕਿ ਕੁਝ ਘੰਟਿਆਂ ਲਈ ਕਰਫਿਊ 'ਚ ਢਿੱਲ ਦੇ ਦਿੱਤੀ ਗਈ ਸੀ। ਸੰਤ ਲੌਂਗੋਵਾਲ ਨੇ ਸ਼੍ਰੀਮਤੀ ਗਾਂਧੀ ਦਾ 2 ਜੂਨ ਨੂੰ ਦੂਰਦਰਸ਼ਨ 'ਤੇ ਪ੍ਰਸਾਰਿਤ ਬਿਆਨ ਠੁਕਰਾ ਦਿੱਤਾ। 3 ਜੂਨ ਨੂੰ ਦਰਬਾਰ ਸਾਹਿਬ ਦਾ ਪਾਣੀ ਤੇ ਟੈਲੀਫੋਨ ਸੰਪਰਕ ਕੱਟ ਦਿੱਤੇ ਗਏ। ਅਗਲੇ ਦਿਨ 4 ਤਰੀਕ ਦੀ ਸਵੇਰ ਨੂੰ ਕਾਰਜ ਨੀਤੀ ਵਿੱਚ ਤਬਦੀਲੀ ਕਰ ਦਿੱਤੀ ਗਈ। ਦਰਬਾਰ ਸਾਹਿਬ ਤੋਂ ਉੱਪਰ ਦਿਸਦੀਆਂ ਕੁਝ ਇਮਾਰਤਾਂ ਤੇ 3 ਬੁਰਜਾਂ ਉੱਪਰ ਬੱਬਰ ਖਾਲਸਾ ਦਲ ਦੇ ਘਾਤ ਲਾ ਕੇ ਵਾਰ ਕਰਨ ਵਾਲਿਆਂ 'ਤੇ ਹਮਲਾ ਕਰਨ ਲਈ ਪਹਾੜੀ ਤੋਪਾਂ ਵਰਤੋਂ ਵਿੱਚ ਲਿਆਂਦੀਆਂ ਗਈਆਂ ਤੇ ਲੁਕ-ਲੁਕ ਕੇ ਗੋਲੀ ਚਲਾਉਣ ਵਾਲਿਆਂ ਦੇ ਟਿਕਾਣੇ ਉਡਾ ਦਿੱਤੇ ਗਏ। ਭਾਵੇਂ ਉਹ ਇੱਕੋ ਪਾਸੇ ਸਨ, ਫਿਰ ਵੀ ਬੱਬਰ ਆਜ਼ਾਦਾਨਾ ਤੌਰ 'ਤੇ ਕਾਰਵਾਈ ਕਰਦੇ ਸਨ ਤੇ ਕਈ ਵਾਰ ਜਨਰਲ ਸੁਭੇਗ ਸਿੰਘ ਦੇ ਹੁਕਮਾਂ ਦਾ ਖੁੱਲ੍ਹਮ-ਖੁੱਲ੍ਹਾ ਵਿਰੋਧ ਕਰਦੇ ਸਨ। ਪਰ ਉਹਨਾਂ ਦੇ ਖਾਤਮੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰਾਂ, ਸਰਾਵਾਂ ਤੇ ਲੰਗਰ ਵਾਲੇ ਪੂਰਬੀ ਪਾਸੇ ਵੱਲ ਫੌਜ ਦਾ ਅੱਗੇ ਵਧਣ ਦਾ ਰਸਤਾ ਸਾਫ਼ ਹੋ ਗਿਆ। ਅੰਦਰਲੇ ਆਦਮੀਆਂ ਨੂੰ ਆਤਮ ਸਮਰਪਣ ਕਰਨ ਦਾ ਹੁਕਮ ਦੇ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਕੁ ਸੈਂਕੜੇ ਸੇਵਾਦਾਰ ਆਪਣੇ ਪਰਿਵਾਰਾਂ ਸਮੇਤ ਬਾਹਰ ਆ ਗਏ ਤੇ ਬਾਕੀ ਫੌਜ ਅਤੇ ਅੰਗ ਰੱਖਿਅਕਾਂ ਦੇ ਗੁੱਸੇ ਤੋਂ ਡਰਦੇ ਉੱਥੇ ਹੀ ਰੁਕ ਗਏ ਜਿੱਥੇ ਉਹ ਸਨ। ਫਿਰ ਇਹ ਖ਼ਬਰਾਂ ਆਉਣ ਲੱਗ ਪਈਆਂ ਕਿ ਅੰਮ੍ਰਿਤਸਰ ਉਦਾਲੇ ਦੇ ਸਿੱਖ ਕਿਸਾਨ, ਜਿਹੜੇ ਵੀ ਉਹਨਾਂ ਕੋਲ ਅਣਘੜਤ ਹਥਿਆਰ ਸਨ, ਲੈ ਕੇ ਸਾਰੇ ਪਾਸਿਆਂ ਤੋਂ ਸ਼ਹਿਰ ਉੱਪਰ ਟੁੱਟ ਪਏ ਤਾਂ ਜੋ ਫੌਜ ਨੂੰ ਘੇਰਾ ਚੁੱਕਣ ਲਈ ਮਜਬੂਰ ਕੀਤਾ ਜਾ ਸਕੇ। 20,000 ਤੋਂ ਵੀ ਵੱਡੇ ਹਜੂਮ ਹੈਲੀਕਾਪਟਰਾਂ ਰਾਹੀਂ ਵੇਖੇ ਗਏ। ਉਹਨਾਂ ਵਿਰੁੱਧ ਟੈਂਕ ਤੇ ਜ਼ਰਾ ਬਖਤਰ ਗੱਡੀਆਂ
ਭੇਜ ਦਿੱਤੀਆਂ ਗਈਆਂ। ਸੈਨਿਕ ਕਮਾਂਡਰਾਂ ਨੇ ਅਨੁਭਵ ਕੀਤਾ ਕਿ ਸਮਾਂ ਗੁਜ਼ਰਦਾ ਜਾ ਰਿਹਾ ਸੀ ਤੇ ਜੇ ਉਹਨਾਂ ਨੇ ਦਰਬਾਰ ਸਾਹਿਬ ਵੱਲੋਂ ਹੋ ਰਿਹਾ ਵਿਰੋਧ ਖਤਮ ਨਾ ਕੀਤਾ ਤਾਂ ਉਹਨਾਂ ਨੂੰ ਸਿੱਖਾਂ ਦੀ ਆਮ ਬਗਾਵਤ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਨੇ ਨਿਰਣਾ ਕਰ ਲਿਆ ਕਿ ਉਹ 5-6 ਜੂਨ ਦੀ ਰਾਤ ਨੂੰ ਸਾਰਾ ਕੰਮ ਮੁਕਾ ਲੈਣਗੇ, ਭਾਵੇਂ ਉਹਨਾਂ ਦਾ ਕਿਤਨਾ ਵੀ ਜਾਨੀ ਨੁਕਸਾਨ ਕਿਉਂ ਨਾ ਹੋਵੇ ਜਾਂ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚੇ। ਉਹਨਾਂ ਕੋਲ ਜੋ ਕੁਝ ਸੀ ਉਹਨਾਂ ਨੇ ਕਮਾਂਡੋ, ਗੋਤਾਖੋਰ, ਹੈਲੀਕਾਪਟਰ, ਬਖਤਰਬੰਦ ਗੱਡੀਆਂ ਤੇ ਟੈਂਕ ਸਭ ਝੋਕ ਦਿੱਤੇ। ਪਹਿਲਾਂ ਉਹਨਾਂ ਨੇ ਲੰਗਰ, ਸਰਾਵਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹਾਤੇ ਤੇ ਕਬਜ਼ਾ ਕਰ ਲਿਆ, ਜਿੱਥੇ ਅਕਾਲੀ ਨੇਤਾਵਾਂ ਨੇ ਆਪਣਾ ਨਿਵਾਸ ਬਣਾਇਆ ਹੋਇਆ ਸੀ। ਅੱਧੀ ਰਾਤ ਤੋਂ 1 ਘੰਟਾ ਮਗਰੋਂ ਲੌਂਗੋਵਾਲ, ਟੌਹੜਾ, ਰਾਮੂਵਾਲੀਆ, ਅਮਰਜੀਤ ਕੌਰ ਤੇ ਕਈ 20 ਹੋਰਨਾਂ ਨੇ ਵੀ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ। ਉਸ ਸਮੇਂ ਤੋਂ ਹੀ ਇਹ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਅਕਾਲੀ ਨੇਤਾਵਾਂ ਦੀ ਗ੍ਰਿਫਤਾਰੀ ਕਿਸ ਢੰਗ ਨਾਲ ਕੀਤੀ ਗਈ। ਸ਼ਾਇਦ ਜਨਰਲ ਕੇ.ਐਸ. ਬਰਾੜ ਦਾ ਬਿਰਤਾਂਤ ਵਧੇਰੇ ਭਰੋਸੇਯੋਗ ਹੈ। ਜੂਨ 14, 1984 ਨੂੰ ਦਿੱਤੀ ਭੇਟ ਸਮੇਂ ਉਸਨੇ ਕਿਹਾ, ਲੌਂਗੋਵਾਲ ਤੇ ਟੌਹੜਾ ਨੇ ਆਪ ਆਤਮ ਸਮਰਪਣ ਕੀਤਾ, ਉਹ ਲੜੇ ਨਹੀਂ ਸਨ। ਜਦੋਂ ਉਹ ਇਸ ਤਰ੍ਹਾਂ ਕਰ ਰਹੇ ਸਨ ਤਾਂ ਘਾਤ ਲਾ ਕੇ ਗੋਲੀਆਂ ਚਲਾ ਰਹੇ ਲੋਕਾਂ ਨੇ ਭਿੰਡਰਾਂਵਾਲੇ ਦੇ 2 ਵਿਰੋਧੀਆਂ ਨੂੰ ਮਾਰ ਦਿੱਤਾ ਤੇ ਇਹ ਹੱਥਗੋਲਾ ਹਜੂਮ ਉੱਪਰ ਸੁੱਟ ਦਿੱਤਾ, ਜਿਸ ਨਾਲ ਕਈ 20 ਲੋਕ ਮਾਰੇ ਗਏ। ਫੌਜ ਦਰਬਾਰ ਸਾਹਿਬ ਵਿੱਚ 3 ਪਾਸਿਆਂ ਤੋਂ ਦਾਖਲ ਹੋ ਗਈ। ਵੱਡਾ ਹਮਲਾ ਉਸ ਖੁੱਲ੍ਹੇ ਰਸਤੇ ਵੱਲੋਂ ਕੀਤਾ ਗਿਆ ਜਿੱਧਰੋਂ ਉਹਨਾਂ ਨੇ ਅਕਾਲੀ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਸੀ। ਬਖਤਰਬੰਦ ਗੱਡੀਆਂ ਤੇ ਟੈਂਕਾਂ ਤੇ ਉਹਨਾਂ ਮਗਰ ਫੌਜੀ ਅਕਾਲ ਤਖ਼ਤ ਤੇ ਲਾਗਲੀਆਂ ਇਮਾਰਤਾਂ ਵੱਲੋਂ ਹੁੰਦੀ ਘਾਤਕ ਗੋਲਾਬਾਰੀ ਦਾ ਸਾਹਮਣਾ ਕਰਦੇ ਹੋਏ ਪਰਿਕਰਮਾ ਵਿੱਚ ਦਾਖਲ ਹੋਏ। ਸਭ ਤੋਂ ਅੱਗੇ ਜਾ ਰਹੀ ਬਖਤਰਬੰਦ ਗੱਡੀ ਨੂੰ ਇੱਕ ਰਾਕਟ ਨੇ ਤਬਾਹ ਕਰ ਦਿੱਤਾ। ਫਿਰ ਟੈਂਕ ਲਿਆਂਦੇ ਗਏ। ਇੱਕ ਆਪਣੇ ਹੀ ਵਜ਼ਨ ਨਾਲ ਦਬ ਗਿਆ ਤੇ ਉੱਥੇ ਹੀ ਫਸ ਗਿਆ। ਚੁੰਦੀਆਂ ਦੇਣ ਵਾਲੀਆਂ ਟੈਂਕ ਦੀਆਂ ਬੱਤੀਆਂ ਜਗਾ ਦਿੱਤੀਆਂ ਗਈਆਂ ਤੇ ਅਕਾਲ ਤਖ਼ਤ ਉੱਪਰ ਗੋਲੇ ਬਰਸਾਏ ਗਏ। ਇੱਕ ਦਰਸ਼ਨੀ ਡਿਊਢੀ ਦੇ ਸਿਰੇ ਤੇ ਬਣੇ ਦਰਬਾਰ ਸਾਹਿਬ ਨੂੰ ਜਾਂਦੇ ਲਾਂਘੇ ਤੇ ਡਿੱਗਿਆ। ਇੱਕ ਅਕਾਲ ਤਖ਼ਤ ਤੇ ਡਿੱਗਿਆ ਤੇ ਇਸ ਨੇ ਭਵਨ ਦਾ ਕਾਫੀ ਹਿੱਸਾ ਢਾਹ ਦਿੱਤਾ। ਪਰਿਕਰਮਾ ਦੇ ਨਾਲ ਲੱਗਦੇ ਹਰ ਕਮਰੇ ਵਿੱਚ ਲੜਾਈ ਹੁੰਦੀ ਰਹੀ। ਭਿੰਡਰਾਂਵਾਲੇ ਦੇ ਆਦਮੀ ਤਹਿਖਾਨੇ ਚੋਂ ਨਿਕਲ ਕੇ ਫੌਜੀ ਜਵਾਨਾਂ ਉੱਪਰ ਹਮਲਾ ਕਰਨ ਲਈ ਆ ਕੁੱਦੇ। 6 ਜੂਨ ਦੀ ਸਵੇਰ ਨੂੰ ਫੌਜ ਨੇ ਹਰਿਮੰਦਰ ਦੇ ਆਲੇ ਦੁਆਲੇ ਤੇ ਆਪਣਾ ਅਧਿਕਾਰ ਕਰ ਲਿਆ। 4:30 ਵਜੇ ਸਵੇਰ ਤੱਕ ਫੌਜੀ ਕਮਾਂਡੋ ਅਕਾਲ ਤਖ਼ਤ ਤੇ ਜਾਣ ਵਿੱਚ ਸਫਲ ਹੋ ਗਏ। ਲੜਾਈ ਹੋਰ 2 ਘੰਟੇ ਲਈ ਚੱਲਦੀ ਰਹੀ। ਜਨਰਲ ਬਰਾੜ ਨੇ ਲਿਖਿਆ ਕਿ ਖਾਲਿਸਤਾਨੀ ਆਖਰੀ ਆਦਮੀ ਤੱਕ ਲੜਦੇ ਰਹੇ। ਗੋਲੀਆਂ ਨਾਲ ਛਲਣੀ ਭਿੰਡਰਾਂਵਾਲਾ ਅਮਰੀਕ ਸਿੰਘ ਤੇ ਜਨਰਲ ਸ਼ਭੇਗ ਸਿੰਘ, ਜਿਸ ਦੇ ਹੱਥ ਵਿੱਚ ਅਜੇ ਵੀ ਵਾਕੀ ਟਾਕੀ ਫੜੀ ਹੋਈ ਸੀ, ਦੀਆਂ ਲਾਸ਼ਾਂ ਤਹਿਖਾਨੇ ਵਿੱਚੋਂ ਮਿਲੀਆਂ। ਜਨਰਲ ਜਸਵੰਤ ਸਿੰਘ ਭੁੱਲਰ ਮੌਕਾ ਪਾ ਕੇ ਘਟਨਾ ਵਾਲੀ ਥਾਂ ਤੋਂ ਚੋਰੀ ਨਿਕਲ ਗਿਆ ਸੀ। ਮਗਰੋਂ ਉਹ ਖਾਲਿਸਤਾਨ ਦਾ ਪ੍ਰਚਾਰ ਕਰਨ ਲਈ ਸੰਯੁਕਤ ਰਾਜ ਅਮਰੀਕਾ ਪਹੁੰਚ ਗਿਆ। ਐਸੀਆਂ ਹੀ ਲੜਾਈਆਂ ਫੌਜ ਨੂੰ ਹੋਰ 40 ਗੁਰਦੁਆਰਿਆਂ ਵਿੱਚ ਲੜਨੀਆਂ ਪਈਆਂ, ਜਿੱਥੇ ਉਸ ਨੂੰ ਖਾਲਿਸਤਾਨੀਆਂ ਦੇ ਲੁਕੇ ਹੋਣ ਦਾ ਸ਼ੱਕ ਸੀ। ਇਸ ਵਿੱਚ ਪਟਿਆਲੇ ਦਾ ਦੁੱਖ ਨਿਵਾਰਨ ਤੇ ਤਰਨਤਾਰਨ ਅਤੇ ਮੋਗੇ ਦੇ ਗੁਰਦੁਆਰੇ ਸ਼ਾਮਿਲ ਸਨ। ਦਰਬਾਰ ਸਾਹਿਬ ਸਮੂਹ ਵਿੱਚ ਨੀਲਾ ਤਾਰਾ ਸਾਕਾ ਸਮੇਂ ਹਾਜ਼ਰ ਚਸ਼ਮਦੀਦ ਗਵਾਹ ਸਰਕਾਰ ਦੇ ਵਾਈਟ ਪੇਪਰ ਵਿੱਚ ਵਰਣਨ ਕੀਤੀ ਤਰਤੀਬ ਦੀ ਪ੍ਰੋੜਤਾ ਨਹੀਂ ਕਰਦੇ। ਉਹਨਾਂ ਦੇ ਵੇਰਵੇ ਮਈ 1985 ਵਿੱਚ ਸ਼੍ਰੀਮਤੀ ਅਮੀਆ ਰਾਓ ਦੀ ਅਗਵਾਈ ਵਿੱਚ 5 ਵਿਅਕਤੀਆਂ ਦੀ ਇੱਕ ਖੋਜ ਮੰਡਲੀ, ਜਿਸ ਨੂੰ ਸਿਟੀਜ਼ਨਜ਼ ਫਾਰ ਡੈਮੋਕ੍ਰੇਸੀ ਨੇ ਪੰਜਾਬ ਭੇਜਿਆ ਸੀ, ਨੇ ਇਕੱਠੇ ਕੀਤੇ। ਉਹਨਾਂ ਦੀ ਖੋਜ ਦੇ ਸਿੱਟੇ ਜਸਟਿਸ V.S. ਤਾਰਕੁੰਡੇ ਵੱਲੋਂ ਲਿਖੇ ਮੁਖਬੰਦ ਸਮੇਤ ਕੁਝ ਮਹੀਨੇ ਮਗਰੋਂ ਛਾਪੇ ਗਏ। ਸਰਕਾਰ ਨੇ ਇਹ ਕਿਤਾਬ, ਜਿਸ ਦਾ ਸਿਰਨਾਵਾਂ ਸੀ ਕੌਮ ਨੂੰ ਸੂਚਨਾ, ਪੰਜਾਬ ਵਿੱਚ ਸਖਤੀ, ਤੁਰੰਤ ਹੀ ਕਬਜ਼ੇ ਵਿੱਚ ਲੈ ਲਈ ਤੇ ਇਸ ਉੱਪਰ ਪਾਬੰਦੀ ਲਾ ਦਿੱਤੀ। 10 ਸਤੰਬਰ 1985 ਨੂੰ ਸਾਰੇ 5 ਖੋਜੀਆਂ ਉੱਪਰ NSA 1983
ਦਾ ਵਿਸ਼ੇਸ਼ ਅਧਿਕਾਰ ਕਾਨੂੰਨ ਤੇ ਤਬਾਹਕੁਨ ਕਾਰਵਾਈਆਂ ਦਾ ਕਾਨੂੰਨ ਲਾਗੂ ਕਰਕੇ ਗ੍ਰਿਫਤਾਰ ਕਰ ਲਿਆ। ਮਗਰੋਂ ਇਸ ਪੁਸਤਕ ਨੂੰ ਗੁਪਤ ਤੌਰ ਤੇ ਭਾਰਤ ਵਿੱਚ ਤੇ ਵਿਦੇਸ਼ਾਂ ਵਿੱਚ ਛਾਪ ਕੇ ਪ੍ਰਚਾਰ ਕੀਤਾ ਗਿਆ। ਇਸ ਦੇ ਸਿੱਟੇ 1 ਜੂਨ ਤੋਂ 7 ਜੂਨ ਤੱਕ ਵਾਪਰੀਆਂ ਘਟਨਾਵਾਂ ਦੇ ਵੇਰਵੇ ਦਵਿੰਦਰ ਸਿੰਘ ਦੁੱਗਲ ਦੇ SGPC ਦੇ ਸਕੱਤਰ ਭਾਨ ਸਿੰਘ, ਮੰਦਰ ਦੇ ਇੱਕ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਤੇ ਹੋਰਨਾਂ ਦੇ ਬਿਆਨਾਂ ਤੇ ਆਧਾਰਿਤ ਸਨ। ਉਹ ਸਾਫ਼ ਕਹਿੰਦੇ ਹਨ ਕਿ ਗੋਲੀ CRPF ਨੇ 1 ਜੂਨ ਦੀ ਦੁਪਹਿਰ ਨੂੰ ਚਲਾਉਣੀ ਸ਼ੁਰੂ ਕੀਤੀ ਤੇ ਇਹ 7 ਘੰਟੇ ਲਗਾਤਾਰ ਦਰਬਾਰ ਸਾਹਿਬ ਸਮੂਹ ਵੱਲੋਂ ਇੱਕ ਵੀ ਗੋਲੀ ਨਾ ਚਲਾਏ ਜਾਣ ਦੇ ਬਾਵਜੂਦ ਚੱਲਦੀ ਰਹੀ। 8 ਮਾਰੇ ਗਏ ਵਿਅਕਤੀਆਂ ਵਿੱਚ ਇੱਕ ਇਸਤਰੀ ਤੇ ਇੱਕ ਬੱਚਾ ਸ਼ਾਮਿਲ ਸਨ। 2 ਜੂਨ ਨੂੰ ਕੋਈ ਮੰਦੀ ਘਟਨਾ ਨਹੀਂ ਵਾਪਰੀ। ਕਰਫਿਊ ਉਠਾ ਲਿਆ ਗਿਆ ਤੇ ਯਾਤਰੀਆਂ ਨੂੰ ਸ਼ਹੀਦੀ ਗੁਰਪੁਰਬ ਮਨਾਉਣ ਲਈ ਹਰਿਮੰਦਰ ਸਾਹਿਬ ਵਿੱਚ ਆਉਣ ਦੀ ਆਗਿਆ ਦੇ ਦਿੱਤੀ ਗਈ। 2 ਜੂਨ ਨੂੰ ਦਰਬਾਰ ਸਾਹਿਬ ਦੇ ਬਾਹਰ CRPF ਦੀ ਥਾਂ ਸੈਨਾ ਨਿਯੁਕਤ ਕਰ ਦਿੱਤੀ ਗਈ। ਸ਼ਹੀਦੀ ਸਮਾਰੋਹ ਸਮੇਂ 3 ਜੂਨ ਨੂੰ ਸ਼ਰਧਾਲੂਆਂ ਦੀ ਗਿਣਤੀ 10,000 ਦੇ ਲਗਭਗ ਸੀ। ਇਹਨਾਂ ਵਿੱਚ 1300 ਵਿਅਕਤੀਆਂ ਦਾ ਇੱਕ ਜੱਥਾ ਸੀ, ਜਿਸ ਵਿੱਚ 200 ਇਸਤਰੀਆਂ ਤੇ 18 ਬੱਚੇ ਸਨ ਤੇ ਉਹ ਧਰਮ ਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਲਈ ਆਏ ਸਨ। ਇਹ ਸਭ ਦਰਬਾਰ ਸਾਹਿਬ ਸਮੂਹ ਵਿੱਚ, ਗੁਰੂ ਰਾਮਦਾਸ ਸਰਾਂ ਵਿੱਚ, ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਾਂ ਪਰਿਕਰਮਾ ਵਿੱਚ ਠਹਿਰੇ ਹੋਏ ਸਨ। ਫੌਜ ਨੇ ਬਿਨਾਂ ਤਾੜਨਾ ਕੀਤਿਆਂ ਦਰਬਾਰ ਸਾਹਿਬ ਸਮੂਹ ਤੇ ਹਮਲਾ ਕਰ ਦਿੱਤਾ। 4 ਜੂਨ ਨੂੰ 4 ਵਜੇ ਸਵੇਰੇ ਬਿਜਲੀ ਬੰਦ ਕਰ ਦਿੱਤੀ ਗਈ ਤੇ ਪਹਿਲੇ ਗੋਲੇ ਅਕਾਲ ਤਖ਼ਤ ਕੋਲ ਆ ਡਿੱਗੇ। ਫੌਜ ਨੇ ਸਾਰੇ ਪਾਸਿਆਂ ਤੋਂ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੁੱਗਲ ਅਨੁਸਾਰ ਉੱਪਰ ਇੱਕ ਹੈਲੀਕਾਪਟਰ ਘੁੰਮਦਾ ਰਿਹਾ ਤੇ ਗੋਲੀਆਂ ਵਰਾਉਂਦਾ ਰਿਹਾ। ਕੁਝ ਹੈਲੀਕਾਪਟਰ ਗੋਲੀ ਚਲਾਉਣ ਲਈ ਅਗਵਾਈ ਦਿੰਦੇ ਰਹੇ। ਰੌਸ਼ਨੀ ਦੇ ਚੱਕਰਾਂ ਦੇ ਤੁਰੰਤ ਪਿੱਛੋਂ ਹੀ ਤੋਪ ਦਾ ਗੋਲਾ ਨਿਸ਼ਾਨੇ ਤੇ ਲੱਗਦਾ ਤੇ ਤਬਾਹੀ ਮਚਾ ਦਿੰਦਾ। ਅਸੀਂ ਕਾਫੀ ਸਾਰੇ ਮੁੰਡਿਆਂ ਦੇ ਚੀਥੜੇ ਉੱਡਦੇ ਵੇਖੇ। ਕੇਂਦਰੀ ਦਰਬਾਰ ਸਾਹਿਬ ਵਿੱਚ 50 ਆਦਮੀ ਤੇ ਇਸਤਰੀਆਂ ਸਨ, ਜਿਨ੍ਹਾਂ ਵਿੱਚੋਂ 2 ਮਾਰੇ ਗਏ। ਅਸਲੀ ਟੱਕਰ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਮਗਰੋਂ ਸ਼ੁਰੂ ਹੋਈ। ਭਿੰਡਰਾਂਵਾਲੇ ਕੋਲ 100 ਕੁ ਜੁਝਾਰੂ ਸਨ ਤੇ 100 ਤੋਂ ਘੱਟ ਹਥਿਆਰ ਸਨ, ਜੋ ਵਧੇਰੇ ਕਰਕੇ 303 ਬੋਰ ਦੀਆਂ ਰਫਲਾਂ ਤੇ ਪਹਿਲੇ ਸੰਸਾਰ ਯੁੱਧ ਵੇਲੇ ਦੀਆਂ 315 ਮਾਰਕਾ ਬੰਦੂਕਾਂ ਤੇ ਕੁਝ ਸਟੇਨ ਗੰਨਾਂ ਸਨ। ਜਦੋਂ ਫੌਜ ਦਾਖਲ ਹੋਈ, ਉਹਨਾਂ ਦਾ ਅਸਲਾ ਲਗਭਗ ਖਤਮ ਹੋ ਚੁੱਕਾ ਸੀ। 16 ਜੂਨ ਦੀ ਅੱਧੀ ਰਾਤ ਮਗਰੋਂ 1 ਵਜੇ ਤੜਕੇ 8 ਟੈਂਕ ਤੇ ਇੱਕ ਬਖਤਰਬੰਦ ਗੱਡੀ ਦਰਬਾਰ ਸਾਹਿਬ ਸਮੂਹ ਵਿੱਚ ਦਾਖਲ ਹੋਏ। ਰਿਸਰਚ ਲਾਇਬ੍ਰੇਰੀ ਨੂੰ 6 ਜੂਨ ਦੀ ਸ਼ਾਮ ਤੱਕ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ। ਜਦੋਂ ਦੁੱਗਲ ਉੱਥੋਂ ਗਿਆ ਸੀ ਆਪਣੀ ਵਾਪਸੀ ਤੇ 14 ਜੂਨ ਨੂੰ ਆ ਕੇ ਉਸਨੇ ਇਹ ਲਾਇਬ੍ਰੇਰੀ ਤਬਾਹ ਵੇਖੀ। ਉਸਨੂੰ ਇੱਕ ਰਸੀਦ ਤੇ ਦਸਤਖਤ ਕਰਨ ਲਈ ਕਿਹਾ ਗਿਆ। ਉਸਨੇ ਇਸਦਾ ਚਾਰਜ ਲੈ ਲਿਆ। ਉਸਦੇ ਇਨਕਾਰ ਕਰਨ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। 2 ਦਿਨ ਮਗਰੋਂ 8 ਜੂਨ ਨੂੰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਹਰਿਮੰਦਰ ਸਾਹਿਬ ਦੀ ਯਾਤਰਾ ਕੀਤੀ। ਪ੍ਰਧਾਨ ਮੰਤਰੀ ਨੇ ਉਹਦੇ ਉੱਪਰ ਨਜ਼ਰ ਰੱਖਣ ਲਈ ਅਰਜਨ ਸਿੰਘ ਤੇ ਆਪਣੇ ਨਿੱਜੀ ਸਕੱਤਰ RK ਧਵਨ ਨੂੰ ਭੇਜਿਆ, ਤਾਂ ਜੋ ਉਹ ਯਕੀਨੀ ਬਣਾ ਲੈਣ ਕਿ ਕੋਈ ਅਜਿਹੀ ਘਟਨਾ ਨਾ ਹੋ ਜਾਵੇ ਜੋ ਸਰਕਾਰ ਲਈ ਪਰੇਸ਼ਾਨੀ ਦਾ ਕਾਰਨ ਬਣੇ। ਜੈਲ ਸਿੰਘ ਨੇ ਜੋ ਕੁਝ ਵੇਖਿਆ ਉਸ ਨਾਲ ਉਸਨੂੰ ਕਾਫੀ ਧੱਕਾ ਲੱਗਾ। ਅਜੇ ਵੀ ਪਵਿੱਤਰ ਸਰੋਵਰ ਵਿੱਚ ਇਸਤਰੀਆਂ ਤੇ ਬੱਚਿਆਂ ਦੀਆਂ ਲੋਥਾਂ ਤਰ ਰਹੀਆਂ ਸਨ। ਭਾਵੇਂ ਪਰਿਕਰਮਾ ਵਿੱਚੋਂ ਖੂਨ ਦੇ ਦਾਗ ਧੋਣ ਦੇ ਸਿਰਤੋੜ ਯਤਨ ਕੀਤੇ ਗਏ ਸਨ, ਪਰੰਤੂ ਮਾਹੌਲ ਵਿੱਚ ਮੌਤ ਦੀ ਹਵਾੜ ਤੇ ਸੜਾਂਧ ਫੈਲੀ ਹੋਈ ਸੀ। ਉਸ ਦੀਆਂ ਅੱਖਾਂ ਵਿੱਚ ਅੱਥਰੂ ਵਹਿ ਤੁਰੇ ਤੇ ਉਸਨੇ ਗੁਰੂ ਪਾਸੋਂ ਮਾਫ਼ੀ ਲਈ ਅਰਦਾਸ ਕੀਤੀ। ਇੱਕ ਛੁਪੇ ਹੋਏ ਵਿਅਕਤੀ ਨੇ ਲਾਗਵੀਂ ਇਮਾਰਤ 'ਚੋਂ ਉਸਨੂੰ ਗੋਲੀ ਮਾਰ ਕੇ ਮਾਰ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹ ਗੋਲੀ ਉਹਦੇ ਮਗਰ ਆ ਕੇ ਅੰਗ ਰੱਖਿਅਕ ਦੇ ਲੱਗੀ। ਕੁਝ ਦਿਨ ਮਗਰੋਂ ਸ਼੍ਰੀਮਤੀ ਗਾਂਧੀ ਨੇ ਦਰਬਾਰ ਸਾਹਿਬ ਦੀ ਯਾਤਰਾ ਕੀਤੀ ਤੇ ਹੋਇਆ ਨੁਕਸਾਨ ਵੇਖ ਕੇ ਉਹ ਵੀ ਦੁਖੀ ਹੋਈ। ਉਹ ਇਤਨੀ ਮਹਾਨ ਨਹੀਂ ਸੀ ਕਿ ਉਹ ਆਪਣੇ ਗਲਤ ਫੈਸਲੇ ਤੇ ਅਫਸੋਸ ਪ੍ਰਗਟ ਕਰਦੀ। ਇਹ ਐਸਾ ਗਲਤ ਫੈਸਲਾ ਸੀ ਜਿਸ ਦਾ ਉਸਨੂੰ ਤੇ ਮੁਲਕ ਨੂੰ ਕਈ ਦਹਾਕਿਆਂ ਤੱਕ ਭਾਰੀ ਕੀਮਤ ਤਾਰ ਕੇ ਖਮਿਆਜ਼ਾ ਭੁਗਤਣਾ ਪਵੇਗਾ। ਸਰਕਾਰੀ ਪ੍ਰਚਾਰ ਸਾਧਨਾਂ ਤੇ ਲਗਭਗ ਹਿੰਦੂ ਪੱਖੀ ਫਿਰਕੂ ਅਖਬਾਰਾਂ ਨੇ ਫੌਜੀ ਕਾਰਵਾਈ ਨੂੰ ਸਹੀ ਦਰਸਾਉਣ ਲਈ
ਫੌਜ ਦੇ ਇਸ ਅਣਸੁਖਾਵੇਂ ਕਾਰਜ ਨੂੰ ਪੇਸ਼ਾਵਰਾਨਾ ਸੁਜੋਗਤਾ ਨਾਲ ਨੇਪਰੇ ਚਾੜ੍ਹਨ ਤੇ ਬਹਾਦਰੀ ਦੀ ਪ੍ਰਸ਼ੰਸਾ ਕਰਨ ਲਈ ਤੇ ਭਿੰਡਰਾਂਵਾਲੇ ਤੇ ਉਹਦੇ ਸਹਿਯੋਗੀਆਂ ਦੀ ਐਸੀ ਭੈੜੀ ਭਾਸ਼ਾ ਵਿੱਚ ਬਦਨਾਮੀ ਕਰਨ ਦੀ ਪੂਰੀ ਵਾਹ ਲਾਈ ਜੋ ਕਥਿਤ ਸੁਤੰਤਰ ਪ੍ਰੈਸ ਦੀ ਸ਼ਾਨ ਤੇ ਅਨੁਕੂਲ ਨਹੀਂ ਸੀ। ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਫੌਜ ਦੇ ਬਹੁਤ ਸਾਰੇ ਵਿਅਕਤੀ ਇਸ ਕਾਰਨ ਮਾਰੇ ਗਏ ਕਿਉਂਕਿ ਇਹ ਹਰਮੰਦਰ ਵੱਲੋਂ ਆਉਂਦੀਆਂ ਗੋਲੀਆਂ ਦਾ ਮੋੜਵਾਂ ਉੱਤਰ ਦੇਣ ਤੋਂ ਟਲਦੀ ਰਹੀ। ਇਸੇ ਲਈ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਤੇ ਇਸ ਦੇ ਅੰਦਰ ਕੋਈ ਜ਼ਖਮੀ ਵੀ ਨਹੀਂ ਹੋਇਆ ਸੀ। ਉੱਥੇ ਜਿਹੜੇ ਲੋਕ ਹਾਜ਼ਰ ਸਨ ਉਹ ਵੱਖਰੀ ਹੀ ਕਹਾਣੀ ਬਿਆਨ ਕਰਦੇ ਸਨ। ਦਰਬਾਰ ਸਾਹਿਬ ਵਿੱਚ ਥਾਂ-ਥਾਂ ਗੋਲੀਆਂ ਲੱਗੀਆਂ ਹੋਈਆਂ ਸਨ ਤੇ ਘੱਟੋ-ਘੱਟ ਇੱਕ ਰਾਗੀ ਮਾਰਿਆ ਗਿਆ ਸੀ। ਫੌਜੀ ਕਾਰਵਾਈ ਤੋਂ ਇੱਕ ਹਫ਼ਤਾ ਪਿੱਛੋਂ ਜਨਰਲ ਕੇ.ਐਸ. ਬਰਾੜ ਨੇ ਮੰਨਿਆ ਕਿ ਫੌਜ ਦੇ ਮ੍ਰਿਤਕਾਂ ਦੀ ਇਸ ਕਾਰਨ ਜ਼ਿਆਦਾ ਗਿਣਤੀ ਹੋਈ ਕਿਉਂਕਿ ਇਸ ਨੂੰ ਦਰਬਾਰ ਸਾਹਿਬ ਵੱਲੋਂ ਆਉਂਦੀਆਂ ਗੋਲੀਆਂ ਦਾ ਮੋੜਵਾਂ ਜਵਾਬ ਦੇਣੋਂ ਰੋਕਿਆ ਗਿਆ ਸੀ। ਦਰਬਾਰ ਸਾਹਿਬ ਵਿੱਚ 100 ਤੋਂ ਵੱਧ ਗੋਲੀਆਂ ਦੇ ਨਿਸ਼ਾਨਾਂ ਨੇ ਇਸ ਸਰਕਾਰੀ ਕਥਨ ਬਾਰੇ ਗੰਭੀਰ ਸ਼ੰਕੇ ਪੈਦਾ ਕਰ ਦਿੱਤੇ। ਜਾਂ ਤਾਂ ਹਰਿਮੰਦਰ ਸਾਹਿਬ ਵਿੱਚ ਖਾਲਿਸਤਾਨੀ ਹੈ ਹੀ ਨਹੀਂ ਸੀ ਤੇ ਗੋਲੀਆਂ ਆਰ-ਪਾਰ ਚੱਲਣ ਕਰਕੇ ਲੱਗੀਆਂ ਜਾਂ ਫਿਰ ਖਾਲਿਸਤਾਨੀ ਸਨ ਤੇ ਸੈਨਾ ਨੇ ਜ਼ਰੂਰੀ ਹੀ ਉਹਨਾਂ ਦੀਆਂ ਗੋਲੀਆਂ ਦੇ ਵਿਰੋਧ ਵਿੱਚ ਗੋਲੀਆਂ ਚਲਾਈਆਂ। ਇਹ ਕਹਾਣੀਆਂ ਵੀ ਫੈਲਾਈਆਂ ਗਈਆਂ ਕਿ ਉੱਥੇ ਬਹੁਤ ਸਾਰੀਆਂ ਇਸਤਰੀਆਂ ਸਨ ਜਿਨ੍ਹਾਂ ਵਿੱਚ ਵੇਸ਼ਵਾ ਤੇ ਵਿਦੇਸ਼ੀ ਹਿੱਪੀ ਸਨ ਤੇ ਉਹਨਾਂ 'ਚੋਂ ਕਈ ਤੀਵੀਆਂ ਗਰਭਵਤੀ ਵੀ ਸਨ। ਬਾਕੀ ਦੀਆਂ ਇਸ ਕਾਰਨ ਗਰਭਵਤੀ ਹੋਣੋਂ ਬਚ ਗਈਆਂ ਕਿਉਂਕਿ ਮਲਬੇ 'ਚੋਂ ਭਾਰੀ ਮਾਤਰਾ ਵਿੱਚ ਵਰਤੇ ਹੋਏ ਨਿਰੋਧ ਮਿਲੇ ਸਨ। ਉੱਥੇ ਹੀਰੋਇਨ, ਹਸ਼ੀਸ਼ ਤੇ ਅਫੀਮ ਦਾ ਭੰਡਾਰ ਵੀ ਮਿਲਿਆ। ਇਹ ਕਹਾਣੀਆਂ ਬਹੁਤੇ ਅਖਬਾਰਾਂ ਦੇ ਮੁੱਖ ਪੰਨਿਆਂ ਦਾ ਸ਼ਿੰਗਾਰ ਬਣੀਆਂ। ਪਿੱਛੋਂ ਇਹਨਾਂ ਕਹਾਣੀਆਂ ਦੀ ਤਰਦੀਦ ਵੀ ਤੇ ਸੋਧ ਵੀ ਕੀਤੀ ਗਈ ਤੇ ਹਿੱਪੀ ਤੇ ਨਸ਼ੀਲੀਆਂ ਵਸਤੂਆਂ ਦਰਬਾਰ ਸਾਹਿਬ ਸਮੂਹ 'ਚੋਂ ਨਹੀਂ ਮਿਲੀਆਂ, ਪਰ ਇਸ ਦਾ ਪ੍ਰਚਾਰ ਮਾਮੂਲੀ ਹੀ ਹੋਇਆ। ਭਿੰਡਰਾਂਵਾਲੇ ਦਾ ਅਕਸ਼ ਵਿਗਾੜਨ ਦੇ ਹੋਰ ਯਤਨ ਵੀ ਕੁਟੱਬੇ ਤੇ ਫੂਹੜ ਸਨ। ਇਹ ਵੀ ਕਿਹਾ ਗਿਆ ਕਿ ਉਸ ਨੂੰ ਉਸ ਦੇ ਆਪਣੇ ਹੀ ਆਦਮੀਆਂ ਨੇ ਮਾਰ ਦਿੱਤਾ ਸੀ। ਦੀ ਹਿੰਦੁਸਤਾਨ ਟਾਈਮਜ਼ ਨੇ 8 ਜੂਨ 1984 ਨੂੰ ਮੁੱਖ ਪੰਨੇ ਤੇ M.K. ਧਰ ਦਾ ਭਰੋਸਾਯੋਗ ਸੂਤਰਾਂ ਤੋਂ ਪ੍ਰਾਪਤ ਕੀਤਾ ਬਿਆਨ ਛਾਪਿਆ ਕਿ ਭਿੰਡਰਾਂਵਾਲੇ ਨੇ ਆਪਣੀ ਜਾਨ ਆਪ ਲਈ। ਕਿਉਂਕਿ ਕੋਈ ਵੀ ਆਤਮ ਸਨਮਾਨ ਵਾਲਾ ਵਿਅਕਤੀ ਸਰਕਾਰ ਦੀ ਸਫਾਈ ਵਿੱਚ ਕੁਝ ਕਹਿਣ ਨੂੰ ਤਿਆਰ ਨਹੀਂ ਸੀ, ਇਸ ਕਰਕੇ ਡਰੇ ਹੋਏ ਪੇਂਡੂਆਂ ਨੂੰ ਟੀਵੀ ਕੈਮਰਿਆਂ ਦੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ ਜਾਂਦਾ ਤੇ ਉਹਨਾਂ ਤੋਂ ਲਿਖੇ ਹੋਏ ਬਿਆਨ ਪੜ੍ਹਾਏ ਜਾਂਦੇ। ਅਕਾਲ ਤਖ਼ਤ ਦੇ ਜਥੇਦਾਰ ਕਿਰਪਾਲ ਸਿੰਘ ਦੇ ਹੱਥ ਵਿੱਚ ਲਿਖਤੀ ਬਿਆਨ ਫੜਾ ਦਿੱਤਾ ਗਿਆ, ਜਿਸਨੇ ਪੜ੍ਹਿਆ ਕਿ ਨੁਕਸਾਨ ਮਾਮੂਲੀ ਹੋਇਆ ਹੈ। ਅਮਲੀ ਤੌਰ ਤੇ ਸਰਕਾਰ ਆਪਣੇ ਸਮਰਥਨ ਲਈ 2 ਹੀ ਇੱਜ਼ਤਦਾਰ ਸਿੱਖਾਂ ਨੂੰ ਵਰਤ ਸਕੀ ਜੋ ਰਾਜਪਾਲ ਦੀ ਪਦਵੀ ਦੇ ਅਭਿਲਾਸ਼ੀ ਸਨ। ਇੱਕ ਤਾਂ ਬੇਲੋੜਾ ਮੁਲਾਜ਼ੇਦਾਰ ਡਾਕਟਰ ਗੋਪਾਲ ਸਿੰਘ ਦਰਦੀ ਸੀ ਤੇ ਦੂਸਰਾ ਪ੍ਰੋਫੈਸਰ ਹਰਬੰਸ ਸਿੰਘ ਦਰਦੀ ਨੂੰ ਗੋਆ ਦਮਨ ਦਿਓ ਦਾ ਉਪ ਰਾਜਪਾਲ ਬਣਾਇਆ ਗਿਆ। ਪ੍ਰੋਫੈਸਰ ਹਰਬੰਸ ਸਿੰਘ ਦੇ ਪਰਿਵਾਰ ਨੂੰ ਉਹਦੀਆਂ ਸ਼ਰਤਾਂ ਅਨੁਸਾਰ ਅਕਾਲ ਤਖ਼ਤ ਬਣਾਉਣ ਦਾ ਠੇਕਾ ਦੇ ਕੇ ਇਵਜ਼ਾਨਾ ਦਿੱਤਾ ਗਿਆ। ਸਾਰਾ ਸਿੱਖ ਸਮਾਜ ਇਸ ਕਾਰਵਾਈ ਤੇ ਅਪਮਾਨਿਤ ਤੇ ਦੁਖੀ ਸੀ। ਜਿਸ ਤਰ੍ਹਾਂ ਵੀ ਸੰਭਵ ਹੋਇਆ ਸਭ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ। ਭਾਰਤ ਦੇ ਵੱਖ-ਵੱਖ ਭਾਗਾਂ ਵਿੱਚੋਂ ਛਾਉਣੀਆਂ ਦੀਆਂ ਪਲਟਨਾਂ ਦੇ 4000 ਸਿੱਖ ਫੌਜੀਆਂ ਨੇ ਫੌਜ ਤੋਂ ਵਿਦਰੋਧ ਕਰ ਦਿੱਤਾ, ਆਪਣੇ ਅਫਸਰਾਂ ਨੂੰ ਮਾਰ ਦਿੱਤਾ ਤੇ ਅੰਮ੍ਰਿਤਸਰ ਪਹੁੰਚਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਸਥਾਨਕ ਫੌਜ ਤੇ ਪੁਲਿਸ ਨੇ ਰੋਕ ਲਿਆ। ਝੜਪਾਂ ਵਿੱਚ ਦੋਹਾਂ ਪਾਸਿਆਂ ਦੇ ਕਈ ਕੌੜੀਆਂ ਫੌਜੀ ਮਾਰੇ ਗਏ ਤੇ ਬਾਕੀ ਭਗੌੜੇ ਗ੍ਰਿਫਤਾਰ ਕਰ ਲਏ ਗਏ। ਲੋਕ ਸਭਾ ਦੇ 2 ਸਿੱਖ ਮੈਂਬਰਾਂ ਨੇ, ਜਿਨ੍ਹਾਂ ਵਿੱਚੋਂ ਇੱਕ ਅਮਰਿੰਦਰ ਸਿੰਘ ਪਟਿਆਲਾ ਸੀ ਤੇ ਦੋਵੇਂ ਹੀ ਸ਼੍ਰੀਮਤੀ ਗਾਂਧੀ ਦੀ ਪਾਰਟੀ ਦੇ ਸਨ, ਉਹਨਾਂ ਨੇ ਲੋਕ ਸਭਾ ਤੇ ਕਾਂਗਰਸ ਦੋਹਾਂ 'ਚੋਂ ਤਿਆਗ ਪੱਤਰ ਦੇ ਦਿੱਤਾ। ਇਸ ਤਰ੍ਹਾਂ ਹੀ ਪੰਜਾਬ ਵਿਧਾਨ ਸਭਾ ਦੇ ਕਈ ਮੈਂਬਰਾਂ ਨੇ ਕੀਤਾ। ਨਾਰਵੇ ਦੇ ਸਿੱਖ ਰਾਜਦੂਤ ਨੇ ਰਾਜਸੀ ਸ਼ਰਨ ਮੰਗੀ। ਮਹਾਰਾਸ਼ਟਰ ਵਿੱਚ ਨਿਯੁਕਤ ਇੱਕ ਵਿਸ਼ਿਸ਼ਟ ਪੁਲਿਸ ਅਧਿਕਾਰੀ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਤਿਆਗ ਪੱਤਰ ਨਾਲ ਨੱਥੀ ਕਰਕੇ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਨੂੰ ਖਰਵੇਂ ਤੇ ਅਪਮਾਨਜਨਕ ਪੱਤਰ ਲਿਖੇ। ਮਗਰੋਂ ਉਸ ਨੂੰ ਸਰਹੱਦ ਪਾਰ ਕਰਦੇ ਸਮੇਂ ਨੇਪਾਲ ਵਿੱਚ ਦਾਖਲ ਹੁੰਦਿਆਂ ਗ੍ਰਿਫਤਾਰ
ਕਰਨ ਬਿਨਾਂ ਮੁਕੱਦਮਾ ਚਲਾਏ ਨਜ਼ਰਬੰਦ ਰੱਖਿਆ ਗਿਆ। ਸਰਕਾਰ ਨੇ ਮਾਨ ਨੂੰ ਸ਼੍ਰੀਮਤੀ ਗਾਂਧੀ ਦੇ ਕਤਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ। ਮਾਨ ਭਾਗਲਪੁਰ ਦੀ ਜੇਲ੍ਹ ਵਿੱਚ ਨਜ਼ਰਬੰਦੀ ਸਮੇਂ ਹੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਬਹੁਤ ਸਾਰੇ ਉੱਘੇ ਸਾਹਿਤਕਾਰਾਂ ਤੇ ਵਿਦਵਾਨਾਂ ਨੇ, ਜਿਨ੍ਹਾਂ ਵਿੱਚ ਇਤਿਹਾਸਕਾਰ ਗੰਡਾ ਸਿੰਘ, ਅਜੀਤ ਦਾ ਸੰਪਾਦਕ ਸਾਧੂ ਸਿੰਘ ਹਮਦਰਦ ਤੇ ਭਗਤ ਪੂਰਨ ਸਿੰਘ ਨੇ ਸਰਕਾਰ ਵੱਲੋਂ ਦਿੱਤੇ ਹੋਏ ਸਨਮਾਨ ਮੋੜ ਦਿੱਤੇ। ਨੀਲਾ ਤਾਰਾ ਸਾਕਾ ਤੋਂ 1 ਮਹੀਨਾ ਮਗਰੋਂ ਤੇ ਵਾਰ-ਵਾਰ ਟਾਲ-ਮਟੋਲ ਕਰਨ ਪਿੱਛੋਂ ਅੰਤ 10 ਜੁਲਾਈ ਨੂੰ ਉਹਨਾਂ ਘਟਨਾਵਾਂ ਦਾ ਵੇਰਵਾ ਪੰਜਾਬ ਦੇ ਅੰਦੋਲਨ ਬਾਰੇ ਵਾਈਟ ਪੇਪਰ ਦੇ ਰੂਪ ਵਿੱਚ ਛਾਪਿਆ ਗਿਆ, ਜਿਸ ਕਾਰਨ ਇਹ ਸਾਕਾ ਹੋਇਆ ਜਾਂ ਇਸ ਦੀ ਨੌਬਤ ਆਈ। 14 ਜੁਲਾਈ 1983 ਨੂੰ ਹਰਕ੍ਰਿਸ਼ਨ ਸਿੰਘ ਸੁਰਜੀਤ ਤੇ ਵਿਰੋਧੀ ਧਿਰਾਂ ਦੇ ਲੋਕ ਸਭਾ ਮੈਂਬਰਾਂ ਨੇ ਲੋਕ ਸਭਾ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਬਾਰੇ ਵਾਈਟ ਪੇਪਰ ਜਾਰੀ ਕਰਨ ਨੂੰ ਕਿਹਾ। ਸਰਕਾਰ ਨੇ ਇਹ ਮੰਗ ਰੱਦ ਕਰ ਦਿੱਤੀ। ਇਸਨੇ ਆਪਣੇ ਅਨੁਲੱਗਾਂ ਵਿੱਚ ਚੀਨ ਦੀਆਂ ਬਣੀਆਂ 52 ਰਾਈਫਲਾਂ ਤੇ ਰੂਸੀ ਕਿਆਸਨੀਕੋਫ ਰਫਲਾਂ ਤੋਂ ਬਿਨਾਂ ਸਵੈ-ਚਾਲਕ ਤੇ ਭਰੀਆਂ ਜਾਣ ਵਾਲੀਆਂ ਰਫਲਾਂ ਤੇ LMG ਬੰਦੂਕਾਂ ਜੋ ਕਥਿਤ ਤੌਰ ਤੇ ਉੱਥੋਂ ਮਿਲੀਆਂ ਸਨ, ਉਨ੍ਹਾਂ ਬਾਰੇ ਦੱਸਣ ਤੋਂ ਟਾਲਾ ਕੀਤਾ ਕਿ ਉਹ ਕਿਸ ਮੁਲਕ ਦੀਆਂ ਬਣੀਆਂ ਸਨ। ਇੱਕ ਪ੍ਰਤੱਖ ਉਕਾਈ ਫੜੀਆਂ ਗਈਆਂ ਦਰਮਿਆਨੇ ਦਰਜੇ ਦੀਆਂ ਮਸ਼ੀਨ ਗੰਨਾਂ ਬਾਰੇ ਸੀ। ਉਹ ਸਪਸ਼ਟ ਤੌਰ ਤੇ ਕੁਝ ਮਹੀਨੇ ਪਹਿਲਾਂ ਫੌਜੀ ਅਸਲਾਖਾਨੇ 'ਚੋਂ ਚੁਰਾਈਆਂ ਗਈਆਂ ਸਨ। ਇਸ ਦਾ ਕੋਈ ਵੇਰਵਾ ਨਹੀਂ ਸੀ ਤੇ ਇਹਨਾਂ ਨੂੰ ਮੁਲਕ ਵਿੱਚ ਕਿਵੇਂ ਲੁਕਾ ਕੇ ਲਿਆਂਦਾ ਗਿਆ ਤੇ ਫਿਰ ਦਰਬਾਰ ਸਾਹਿਬ ਸਮੂਹ ਵਿੱਚ ਇਹ ਕਿਵੇਂ ਪਹੁੰਚਾਇਆ ਗਿਆ। ਬਸ ਇੱਕੋ ਗੱਲ ਕਹੀ ਗਈ ਕਿ ਉਹ ਕਾਰ ਸੇਵਾ ਦੇ ਟਰੱਕਾਂ ਵਿੱਚ ਲਿਜਾਈਆਂ ਗਈਆਂ। ਇਸ ਤਰ੍ਹਾਂ BSF ਤੇ CRPF ਜੋ ਦਰਬਾਰ ਸਾਹਿਬ ਨੂੰ ਘੇਰਾ ਪਾਈ ਬੈਠੀਆਂ ਸਨ, ਉਨ੍ਹਾਂ ਨੂੰ ਦੋਸ਼ ਤੋਂ ਬਰੀ ਕਰ ਦਿੱਤਾ ਗਿਆ। ਵਾਈਟ ਪੇਪਰ ਵਿੱਚ ਇੱਟਾਂ 'ਚ ਚਿਣੇ ਹੋਏ ਦਰਵਾਜ਼ਿਆਂ ਤੇ ਖਿੜਕੀਆਂ ਦੀਆਂ ਤਸਵੀਰਾਂ ਸਨ ਜੋ ਇੱਟਾਂ ਨਾਲ ਚਿਣੇ ਸਨ ਤੇ ਜਿਨ੍ਹਾਂ ਵਿੱਚ ਮੋਰੀਆਂ ਸਨ, ਜਿਨ੍ਹਾਂ ਦੀ ਕਿਲ੍ਹਾਬੰਦੀ BSF ਨੇ ਕੀਤੀ ਹੋਈ ਸੀ। ਇੱਕ ਪਾਸੜ ਬਿਆਨ ਤੋਂ ਪਿੱਛੋਂ ਇਸ ਵਿੱਚ ਤੱਥਾਂ ਦੀਆਂ ਬਹੁਤ ਗਲਤੀਆਂ ਸਨ। ਇਸ ਦਾ ਮੁੱਖ ਵਿਸ਼ਾ ਇਹ ਸੀ ਕਿ ਅਕਾਲੀ ਅੰਦੋਲਨ ਨੇ ਭਿੰਡਰਾਂਵਾਲੇ ਨੂੰ ਜਨਮ ਦਿੱਤਾ ਕਿਉਂਕਿ ਅਕਾਲੀ ਇਸ ਨੂੰ ਸੰਭਾਲ ਨਾ ਸਕੇ ਤੇ ਸਰਕਾਰ ਨੂੰ ਕੁਚਲਣ ਲਈ ਮਜਬੂਰ ਹੋਣਾ ਪਿਆ। ਅਸਲੀਅਤ ਇਹ ਸੀ ਕਿ ਭਿੰਡਰਾਂਵਾਲੇ ਦਾ ਖਾਲਿਸਤਾਨ ਬਹੁਤ ਪਹਿਲਾਂ ਉਦੋਂ ਸ਼ੁਰੂ ਹੋਇਆ ਸੀ ਜਦੋਂ ਉਹਦਾ 13 ਅਪ੍ਰੈਲ 1978 ਨੂੰ ਨਿਰੰਕਾਰੀਆਂ ਨਾਲ ਝਗੜਾ ਹੋਇਆ ਸੀ। 4 ਅਗਸਤ 1982 ਵਿੱਚ ਅਕਾਲੀਆਂ ਦਾ ਧਰਮ ਯੁੱਧ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਬਾ ਗੁਰਬਚਨ ਸਿੰਘ ਨਿਰੰਕਾਰੀ ਤੇ ਲਾਲਾ ਜਗਤ ਨਾਰਾਇਣ ਦਾ ਕਤਲ, ਰੇਲ ਦੀਆਂ ਪਟੜੀਆਂ ਦੀ ਤੋੜ ਭੰਨ, ਇੰਡੀਅਨ ਏਅਰਲਾਈਨਸ ਦੇ 2 ਜਹਾਜ਼ਾਂ ਦਾ ਅਗਵਾ ਤੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਤੇ ਕਈ ਸੰਤ ਨਿਰੰਕਾਰੀਆਂ ਨੂੰ ਮਾਰਿਆ ਜਾ ਚੁੱਕਾ ਸੀ। ਵਾਈਟ ਪੇਪਰ ਭਿੰਡਰਾਂਵਾਲੇ ਦੇ ਕੁਕਰਮਾਂ ਦੀ ਸਾਰੀ ਜ਼ਿੰਮੇਵਾਰੀ ਅਕਾਲੀਆਂ ਸਿਰ ਮੜ੍ਹੀ ਗਈ ਤੇ ਸਰਕਾਰ ਵੱਲੋਂ ਭਿੰਡਰਾਂਵਾਲੇ ਨੂੰ ਸਥਾਪਿਤ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ, ਜਿਸ ਨੇ ਉਸ ਉੱਪਰ ਕਤਲ ਦਾ ਦੋਸ਼ ਲਾ ਕੇ ਮਗਰੋਂ ਰਿਹਾ ਕਰ ਦਿੱਤਾ ਤੇ ਬੰਬਈ ਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਆਪਣੇ ਸ਼ਸਤਰਧਾਰੀ ਸਰਲੱਥਾਂ ਨੂੰ ਬਿਨਾਂ ਪੁੱਛ ਪੜਤਾਲ ਦੇ ਘੁੰਮਣ ਫਿਰਨ ਦੀ ਖੁੱਲ੍ਹ ਦਿੱਤੀ ਤੇ ਉਸ ਨੂੰ ਦਰਬਾਰ ਸਾਹਿਬ ਸਮੂਹ ਦੇ ਲੰਗਰ ਦੇ ਟਰੱਕਾਂ ਵਿੱਚ ਸਮਾਨ ਵਿੱਚ ਹਥਿਆਰ ਚੋਰੀ ਲੁਕਾ ਕੇ ਲਿਜਾਣ ਸਮੇਂ ਨਜ਼ਰਅੰਦਾਜ਼ ਕੀਤਾ ਜਾਂ ਅੰਦਰ ਖਾਤੇ ਸ਼ਹਿ ਦਿੱਤੀ। ਇੰਸਪੈਕਟਰ ਜਨਰਲ ਪ੍ਰੀਤਮ ਸਿੰਘ ਭਿੰਡਰ ਨੇ ਮੰਨਿਆ ਕਿ ਗੁਰੂ ਕੇ ਲੰਗਰ ਲਈ ਰਸਦ ਸਮਾਨ ਲਿਜਾ ਰਹੇ ਟਰੱਕਾਂ ਦੀ ਤਲਾਸ਼ੀ ਨਹੀਂ ਲਈ ਜਾਂਦੀ ਸੀ ਕਿਉਂਕਿ ਉਸ ਨੂੰ ਉੱਪਰੋਂ ਜ਼ਬਾਨੀ ਹੁਕਮ ਮਿਲੇ ਸਨ। ਸਰਕਾਰੀ ਬੁਲਾਰੇ ਨੇ ਅਨੇਕ ਵਾਰੀ ਆਤੰਕਵਾਦੀਆਂ ਨੂੰ ਹਥਿਆਰ ਤੇ ਸਿਖਲਾਈ ਦੇਣ ਤੇ ਜੰਮੂ ਕਸ਼ਮੀਰ ਵਿੱਚ ਕੈਂਪ ਸਥਾਪਿਤ ਕਰਨ ਵਿੱਚ ਵਿਦੇਸ਼ੀ ਹੱਥ ਹੋਣ ਦਾ ਸਪਸ਼ਟ ਰੂਪ ਵਿੱਚ ਪਾਕਿਸਤਾਨ ਤੇ ਸੰਯੁਕਤ ਰਾਜ ਅਮਰੀਕਾ ਜਾਂ ਦੋਹਾਂ ਦਾ ਹੀ ਜ਼ਿਕਰ ਕੀਤਾ। ਸਰਕਾਰ ਨੇ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਕੋਲ ਇਹ ਵਿਸ਼ਵਾਸ ਕਰਨ ਦੇ ਕਾਰਨ ਹਨ ਕਿ ਖਾਲਿਸਤਾਨੀਆਂ ਨੂੰ ਕੁਝ ਖਾਸ ਵਿਦੇਸ਼ੀ ਮੁਲਕਾਂ ਤੋਂ ਸਰਗਰਮ ਸਮਰਥਨ ਤੇ ਸਹਾਇਤਾ ਮਿਲ ਰਹੀ ਸੀ। ਇਸ ਨੇ ਕੈਨੇਡਾ ਦੇ ਇੱਕ ਸਿੱਖ ਖਾਲਿਸਤਾਨੀ ਦਲ ਦਾ ਹਵਾਲਾ ਦਿੱਤਾ ਜਿਸਨੇ ਸਿੱਖ ਜਵਾਨਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਲਈ ਜੌਨ
ਵੰਡੇਰ ਹਾਰਸ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਹੋਈਆਂ ਸਨ। ਇਸ ਜਾਣਕਾਰੀ ਦਾ ਇੱਕੋ ਇੱਕ ਸਰੋਤ ਦੀ ਵੈਨਕੂਵਰ ਸਨ ਵਿੱਚ ਛਪੀ ਖਬਰ ਸੀ। ਸਭ ਤੋਂ ਵੱਡੀ ਗਲਤ ਬਿਆਨੀ ਵਾਈਟ ਪੇਪਰ ਵਿੱਚ ਮਾਰੇ ਗਏ ਮਨੁੱਖਾਂ ਦੀ ਗਿਣਤੀ ਤੇ ਪਵਿੱਤਰ ਜਾਇਦਾਦ ਨੂੰ ਹੋਈ ਨੁਕਸਾਨ ਬਾਰੇ ਸੀ। ਇਸ ਅਨੁਸਾਰ ਮਾਰੇ ਗਏ ਆਮ ਖਾਲਿਸਤਾਨੀਆਂ ਦੀ ਗਿਣਤੀ 554 ਅਤੇ ਜ਼ਖਮੀਆਂ ਦੀ ਗਿਣਤੀ 121 ਸੀ। ਫੌਜ ਦੇ ਮ੍ਰਿਤਕਾਂ ਦੀ ਗਿਣਤੀ 4 ਅਫਸਰਾਂ ਤੇ 4 ਜੂਨੀਅਰ ਕਮਿਸ਼ਨਡ ਅਫਸਰਾਂ ਸਮੇਤ 92 ਤੇ ਜ਼ਖਮੀਆਂ ਦੀ ਗਿਣਤੀ 287 ਦੱਸੀ ਗਈ ਸੀ। ਕੁਝ ਦਿਨ ਮਗਰੋਂ ਰਾਜੀਵ ਗਾਂਧੀ ਨੇ ਨਾਗਪੁਰ ਵਿੱਚ ਬੋਲਦਿਆਂ ਫੌਜੀ ਮ੍ਰਿਤਕਾਂ ਦੀ ਗਿਣਤੀ 700 ਤੋਂ ਉੱਪਰ ਦੱਸੀ। ਛੇਤੀ ਮਗਰੋਂ ਹੀ ਉਸਨੇ ਆਪਣਾ ਬਿਆਨ ਵਾਪਸ ਲੈ ਲਿਆ। ਉਸ ਹਿਸਾਬ ਨਾਲ ਨਾਗਰਿਕ ਖਾਲਿਸਤਾਨੀਆਂ ਦੇ ਮ੍ਰਿਤਕਾਂ ਦੀ ਗਿਣਤੀ ਵਾਈਟ ਪੇਪਰ ਵਿੱਚ ਦੱਸੀ ਗਿਣਤੀ ਨਾਲੋਂ 7 ਗੁਣਾ ਸੀ। ਬਹੁਤ ਸਾਰੇ ਚਸ਼ਮਦੀਦ ਗਵਾਹਾਂ ਨੇ ਮਰਨ ਵਾਲਿਆਂ ਦੀ ਗਿਣਤੀ 1500 ਤੋਂ 5000 ਤੱਕ ਦੱਸੀ ਤੇ ਉਨ੍ਹਾਂ ਵਿੱਚ ਇਸਤਰੀਆਂ ਤੇ ਬੱਚਿਆਂ ਸਮੇਤ ਬਹੁਤੇ ਨਿਰਦੋਸ਼ ਤੀਰਥ ਯਾਤਰੀ ਸ਼ਰਧਾਲੂ ਵੀ ਸਨ। ਕੁਲਦੀਪ ਨਈਅਰ ਵਰਣਨ ਕਰਦਾ ਹੈ ਕਿ ਲਗਭਗ 100 ਸ਼ਰਧਾਲੂ, ਜਿਨ੍ਹਾਂ ਵਿੱਚੋਂ 35 ਇਸਤਰੀਆਂ ਤੇ 10 ਬੱਚੇ ਸਨ, ਮਾਰੇ ਗਏ। ਪੰਜਾਬ ਦੁਖਾਂਤ ਪੰਨਾ ਨੰਬਰ 102। ਨਿਊਯਾਰਕ ਟਾਈਮਜ਼ ਨੇ ਮ੍ਰਿਤਕਾਂ ਦੀ ਗਿਣਤੀ ਆਪਣੇ 17 ਅਕਤੂਬਰ 1984 ਦੇ ਅੰਕ ਵਿੱਚ 1200 ਤੇ ਸ਼ਿਕਾਗੋ ਟ੍ਰਿਬਿਊਨ ਨੇ 12 ਜੂਨ 1984 ਦੇ ਅੰਕ ਵਿੱਚ ਇਹ ਗਿਣਤੀ 2000 ਲਿਖੀ। ਸਰਕਾਰ ਨੇ ਕਦੇ ਵੀ ਮਾਰੇ ਗਏ ਲੋਕਾਂ ਦੇ ਨਾਵਾਂ ਦੀ ਸੂਚੀ ਛਾਪਣ ਦੀ ਪਰਵਾਹ ਨਾ ਕੀਤੀ ਤੇ ਨਾ ਹੀ ਇਸ ਦੋਸ਼ ਤੇ ਲਾਹਨਤ ਨੂੰ ਝੁਠਲਾਉਣ ਲਈ ਕਿ ਉਹ ਬਹੁਤ ਸਾਰਿਆਂ ਨੂੰ ਅਕਾਰਨ ਹੀ ਗ੍ਰਿਫਤਾਰ ਕਰਨ ਪਿੱਛੋਂ ਮਾਰ ਦਿੱਤਾ ਗਿਆ ਸੀ, ਕੁਝ ਕੀਤਾ। ਐਸੋਸੀਏਟਿਡ ਪ੍ਰੈਸ ਦਾ ਬ੍ਰਾਹਮਣ ਚਿਲਾਣੀ, ਜਿਹੜਾ ਕਿ ਪੁਲਿਸ ਫੌਜ ਤੇ ਜਾਲ ਵਿੱਚੋਂ ਅੱਖ ਬਚਾ ਕੇ ਗ੍ਰਿਫਤਾਰ ਕਰਕੇ ਹੱਥ ਮਗਰ ਬੰਨ੍ਹ ਕੇ ਨੇੜਿਓਂ ਗੋਲੀ ਮਾਰ ਕੇ ਸੈਨਾ ਵੱਲੋਂ ਮਾਰੇ ਗਏ ਲੋਕਾਂ ਦੀ ਪੋਸਟਮਾਰਟਮ ਰਿਪੋਰਟ ਲੈਣ ਵਿੱਚ ਕਾਮਯਾਬ ਹੋ ਗਿਆ ਸੀ। ਇਹ ਰਿਪੋਰਟ 14 ਜੂਨ 1984 ਨੂੰ ਦੀ ਟਾਈਮਜ਼ ਆਫ ਲੰਡਨ ਵਿੱਚ ਛਪੀ। ਚਲਾਣੀ ਵਿਰੁੱਧ ਗ੍ਰਿਫਤਾਰੀ ਦਾ ਵਾਰੰਟ ਕੱਢਿਆ ਗਿਆ। ਦੀ ਪੀਪਲਜ਼ ਕਾਉਂਸਲ ਫਾਰ ਸਿਵਲ ਲਿਬਰਟੀਜ਼, ਬਲੈਕ ਲਾਜ਼ ਪੰਨਾ 37 ਵਿੱਚ ਵੀ ਇਸ ਤਰ੍ਹਾਂ ਦਾ ਲਾਹਨਤ ਭਰਪੂਰ ਦੋਸ਼ ਲਾਇਆ ਗਿਆ। ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਸਮੇਂ ਅਗਿਆਤ ਇਸਤਰੀਆਂ ਤੇ ਬੱਚਿਆਂ ਸਮੇਤ ਆਮ ਆਦਮੀਆਂ ਨੂੰ ਅੰਧਾਧੁੰਦ ਮਾਰਨ ਦੀਆਂ ਕਈ ਘਟਨਾਵਾਂ ਹੋਈਆਂ। ਕੁਝ ਪੋਸਟਮਾਰਟਮ ਰਿਪੋਰਟਾਂ ਅਨੁਸਾਰ ਕਈ ਮ੍ਰਿਤਕਾਂ ਦੇ ਹੱਥ ਪਿਛਲੇ ਪਾਸੇ ਬੰਨ੍ਹੇ ਹੋਏ ਸਨ। ਬਾਬਾ ਧੜਕ ਸਿੰਘ ਦੇ ਡੇਰਾ ਬਾਬਾ ਸ਼ਾਮ ਸਿੰਘ ਵਿਚਲੇ 16 ਸੇਵਕ ਵੀ ਦਰਬਾਰ ਸਾਹਿਬ ਦੇ 50 ਵਿਅਕਤੀਆਂ ਵਿੱਚ ਸ਼ਾਮਿਲ ਸਨ। ਬਾਬਾ ਖੜਕ ਸਿੰਘ ਇੱਕ ਸ਼ਾਂਤੀ ਪਸੰਦ ਤੇ ਅਤੀ ਸਤਿਕਾਰਿਤ ਸੰਤ ਸੀ। 7 ਜੂਨ ਨੂੰ ਉਹਦੇ 16 ਆਦਮੀਆਂ ਨੂੰ 70 ਸਾਲਾ ਜੋਗਿੰਦਰ ਸਿੰਘ ਤੇ 18 ਸਾਲਾ ਹਰਦੇਵ ਸਿੰਘ ਸਮੇਤ ਡੇਰੇ 'ਚੋਂ ਚੁੱਕ ਲਿਆ। ਉਹਨਾਂ ਦੇ ਹੱਥ ਪਿੱਠ ਪਿੱਛੇ ਬੰਨ੍ਹ ਦਿੱਤੇ ਗਏ ਤੇ ਉਹਨਾਂ ਨੂੰ ਆਟਾ ਮੰਡੀ ਬਾਜ਼ਾਰ 'ਚ ਤੋਰ ਕੇ ਲਿਆਂਦਾ ਗਿਆ ਤੇ BSF ਨੇ DCM ਦੁਕਾਨ ਦੇ ਸਾਹਮਣੇ ਲਿਆ ਕੇ ਗੋਲੀ ਮਾਰ ਦਿੱਤੀ। ਬਿਹਾਰ ਪਲਟਨ ਤੇ BSF ਦੇ ਜਵਾਨ ਨੇ ਡੇਰੇ ਦਾ ਗੋਦਾਮ ਵੀ ਲੁੱਟ ਲਿਆ ਤੇ 70,000 ਰੁਪਈਆ ਤੇ ਅੱਧਾ ਕਿਲੋ ਸੋਨਾ ਚੁੱਕ ਕੇ ਖਿਸਕ ਗਏ। ਇਹ ਜਾਣਕਾਰੀ ਗੁਰਦੁਆਰੇ ਦੇ ਗ੍ਰੰਥੀ ਨੇ ਦੱਸੀ। ਲੁੱਟਣ ਮਾਰਨ ਤੇ ਜਾਨੋਂ ਮਾਰਨ ਦੀ ਖਬਰ ਚਸ਼ਮਦੀਦ ਗਵਾਹ ਨੇ ਦੱਸੀ। ਸਰਕਾਰ ਨੇ ਇਹ ਦਾਅਵਾ ਕੀਤਾ ਕਿ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਪੱਤਰਕਾਰ, ਜਿਨ੍ਹਾਂ ਨੂੰ ਨੀਲਾ ਤਾਰਾ ਸਾਕਾ ਦੇ ਕੁਝ ਦਿਨ ਪਿੱਛੋਂ ਦਰਬਾਰ ਸਾਹਿਬ ਵਿਖੇ ਜਾਣ ਦੀ ਆਗਿਆ ਦਿੱਤੀ ਗਈ, ਉਨ੍ਹਾਂ ਨੇ ਸੰਗਮਰਮਰ ਦੇ ਸੁਨਹਿਰੀ ਪੱਤਰਿਆਂ ਤੇ ਗੋਲੀਆਂ ਦੇ ਸੈਂਕੜੇ ਸੱਜਰੇ ਨਿਸ਼ਾਨ ਵੇਖੇ। ਕੁਲਦੀਪ ਨਈਅਰ ਨੇ ਗੋਲੀਆਂ ਦੇ 300 ਨਿਸ਼ਾਨ ਗਿਣੇ। ਇੱਕ ਬੀੜ ਤੇ ਵੀ ਗੋਲੀ ਲੱਗੀ। ਸਰਕਾਰ ਨੇ ਇਹ ਦਾਅਵਾ ਵੀ ਕੀਤਾ ਕਿ ਗੁਰੂ ਸਾਹਿਬਾਨ ਦੇ ਹਸਤਾਖਰਾਂ ਵਾਲੀ ਗ੍ਰੰਥ ਦੀਆਂ ਸੈਂਕੜੇ ਹੱਥ ਲਿਖਤਾਂ ਬੀੜਾਂ ਜੋ ਦਰਬਾਰ ਸਾਹਿਬ ਦੇ ਪੁਰਾਲੇਖ ਭਵਨਾਂ ਵਿੱਚ ਸਾਂਭੀਆਂ ਹੋਈਆਂ ਸਨ, ਗੋਲਾਬਾਰੀ ਵਿੱਚ ਅੱਗ ਲੱਗਣ ਕਰਕੇ ਸੜ ਗਈਆਂ। ਪੁਰਾਲੇਖਪਾਲ ਦਵਿੰਦਰ ਸਿੰਘ ਦੁੱਗਲ ਨੇ ਸਾਫ਼ ਕਿਹਾ ਕਿ ਜੰਗ ਖਤਮ ਹੋਣ ਪਿੱਛੋਂ ਫੌਜ ਨੇ ਪੁਰਾਲੇਖ ਭਵਨ ਨੂੰ ਆਪ ਇਸ ਖਿਆਲ ਨਾਲ ਅੱਗ ਲਾਈ ਕਿ ਹੱਥ ਲਿਖਤੀ ਖਰੜੇ ਹਿਸਾਬ ਕਿਤਾਬ ਦੀਆਂ ਵਹੀਆਂ ਖਾਤੇ ਸਨ।
ਉਸ ਵੇਲੇ ਤੱਕ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਤੇ ਇਸਤਰੀ ਅਕਾਲੀ ਦਲ ਦੇ ਦਫ਼ਤਰ ਤੋੜ ਕੇ ਜੋ ਕੀਮਤੀ ਸਮਾਨ ਮਿਲਿਆ ਚੁਰਾ ਕੇ ਆਪਣੇ ਕਾਬੂ ਕਰਕੇ ਦਫ਼ਤਰਾਂ ਨੂੰ ਅੱਗ ਲਾ ਦਿੱਤੀ। ਮੰਦਰ ਸਮੂਹ ਵਿੱਚ ਲਗਭਗ ਦਰਜਨ ਤੋਂ ਵੱਧ ਗੁਰਦੁਆਰੇ ਹਨ ਤੇ ਹਰ ਇੱਕ ਦੀ ਆਪਣੀ ਗੋਲਕ ਹੈ। ਫੌਜੀ ਕਾਰਵਾਈ ਪਿੱਛੋਂ ਉੱਥੇ ਇੱਕ ਵੀ ਗੋਲਕ ਨਹੀਂ ਸੀ। ਗੁਰੂ ਕਾ ਲੰਗਰ, ਜਿੱਥੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਤੇ ਯਾਤਰੀਆਂ ਲਈ ਲੰਗਰ ਤਿਆਰ ਹੁੰਦਾ ਹੈ, ਉੱਥੇ ਸਭ ਬਰਤਨ ਚੋਰੀ ਕਰ ਲਏ ਗਏ। ਬਹੁਮੁੱਲੀਆਂ ਵਸਤੂਆਂ ਤੇ ਤੋਸ਼ਾਖਾਨਾ ਦਾ ਹੀਰਾ ਜੜਿਆ ਕੀਮਤੀ ਤੰਬੋਲ, ਜਿਸਦੀ ਕਦੇ ਪੂਰਤੀ ਨਹੀਂ ਹੋ ਸਕਦੀ ਸੀ, ਜੋ ਨਿਜ਼ਾਮ ਹੈਦਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕੀਤਾ ਸੀ, ਜੋ ਉਸਨੇ ਅੱਗੇ ਦਰਬਾਰ ਸਾਹਿਬ ਨੂੰ ਭੇਂਟ ਕੀਤਾ ਸੀ, ਵੀ ਇਸ ਸਮੇਂ ਗੁੰਮ ਹੋ ਗਏ। ਵਾਈਟ ਪੇਪਰ ਦੀ ਸਭ ਵਿਰੋਧੀ ਪਾਰਟੀਆਂ ਨੇ ਇੱਕ ਵਾਢਿਓਂ ਹੀ ਨਿਖੇਧੀ ਕੀਤੀ। ਭਾਜਪਾ ਦੇ ਪ੍ਰਧਾਨ ਅਟਲ ਬਿਹਾਰੀ ਵਾਜਪਾਈ, ਜਿਸਨੇ ਫੌਜੀ ਕਾਰਵਾਈ ਦੀ ਸ਼ਲਾਘਾ ਕੀਤੀ ਸੀ, ਨੇ ਵੀ ਇਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸਨੇ ਸਮੱਸਿਆਵਾਂ ਨੂੰ ਸੁਲਝਾਉਣ ਦੀ ਥਾਂ ਤੇ ਵਧੇਰੇ ਉਲਝਾਇਆ ਹੈ। ਇੰਡੀਆ ਟੂਡੇ ਨੇ ਇਸਨੂੰ ਲਿਪਾ-ਪੋਚੀ ਦੀ ਕਾਰਵਾਈ ਆਖਿਆ। ਲੜਾਈ ਮਗਰੋਂ ਫੌਜ ਦੇ ਵਤੀਰੇ ਦਾ ਵੇਰਵਾ ਬੜਾ ਹੀ ਅਫਸੋਸਜਨਕ ਰਿਹਾ ਸੀ। 120 ਦਰਜੇ ਦੇ ਤਾਪਮਾਨ ਸਮੇਂ ਕੈਦੀਆਂ, ਜਿਨ੍ਹਾਂ ਨੂੰ ਸਰਕਾਰ ਨੇ ਵੈਰੀ ਆਖਿਆ, ਨੂੰ ਪਾਣੀ ਵੀ ਨਾ ਦਿੱਤਾ ਗਿਆ। ਬਹੁਤ ਸਾਰਿਆਂ ਨੂੰ ਪੱਕੀ ਸੜਕ ਤੇ ਢਿੱਡ ਭਰਨੇ ਰੀਂਗਣ ਤੇ ਮਜਬੂਰ ਕੀਤਾ ਗਿਆ ਤੇ ਫੌਜੀ ਬੂਟਾਂ ਸਮੇਤ ਪਵਿੱਤਰ ਅਹਾਤੇ ਵਿੱਚ ਸ਼ਰਾਬ ਤੇ ਸਿਗਰਟਾਂ ਪੀ ਕੇ ਆਪਣੀ ਉਤੇਜਨਾ ਤੇ ਘਬਰਾਹਟ ਨੂੰ ਸ਼ਾਂਤ ਕਰਦੇ ਰਹੇ। ਸਾਕੇ ਤੋਂ 1 ਮਹੀਨਾ ਪਿੱਛੋਂ ਵੀ ਅਕਾਲ ਤਖ਼ਤ ਦੇ ਮਲਬੇ ਦੇ ਢੇਰ ਤੇ ਉਹ ਸੂਚਨਾ ਤਖਤੀ ਪਈ ਸੀ, ਜਿਸ ਰਾਹੀਂ ਫੌਜੀਆਂ ਨੂੰ ਪਰਿਕਰਮਾ ਦੇ ਅਹਾਤੇ ਵਿੱਚ ਸਿਗਰਟ ਤੇ ਸ਼ਰਾਬ ਪੀਣ ਤੋਂ ਵਰਜਿਆ ਗਿਆ ਸੀ। ਅਸਲੀ ਸਵਾਲ, ਜਿਸ ਬਾਰੇ ਸਫੇਦ ਪੱਤਰ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ, ਉਹ ਇਹ ਸੀ ਕਿ ਟੈਂਕ ਤੇ ਤੋਪਖਾਨੇ ਤੋਂ ਬਿਨਾਂ ਭਿੰਡਰਾਂਵਾਲੇ ਤੇ ਉਹਦੇ ਆਦਮੀਆਂ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ ਕੱਢਣ ਦਾ ਹੋਰ ਕੋਈ ਰਸਤਾ ਨਹੀਂ ਸੀ। ਦਰਬਾਰ ਸਮੂਹ ਦੇ ਨਕਸ਼ੇ ਤੇ ਝਾਤ ਮਾਰਿਆ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਐਸੇ ਕਈ ਹੋਰ ਉਪਾਅ ਸਨ। ਉੱਥੇ 3 ਪ੍ਰਵੇਸ਼ ਦੁਆਰ ਸਨ, 2 ਉੱਤਰੀ ਪਾਸੇ, ਇੱਕ ਘੰਟਾ ਘਰ ਵੱਲੋਂ ਤੇ ਦੂਸਰਾ ਲੰਗਰ ਸਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵੱਲੋਂ, ਤੇ ਤੀਜਾ ਇੱਕ ਘੱਟ ਵਰਤਿਆ ਜਾਂਦਾ ਦੱਖਣੀ ਪ੍ਰਵੇਸ਼ ਦੁਆਰ ਸੀ। ਇਹਨਾਂ ਤੋਂ ਬਿਨਾਂ ਆਂਢ-ਗੁਆਂਢ ਦੇ ਗਲੀਆਂ ਮੁਹੱਲਿਆਂ ਵਿੱਚ ਰਹਿੰਦੇ ਲੋਕਾਂ ਦੀਆਂ ਵਰਤੋਂ ਲਈ ਹੋਰ ਤੰਗ ਪ੍ਰਵੇਸ਼ ਦੁਆਰ ਸਨ। ਉਹਨਾਂ ਉੱਤੇ ਹਰ ਇੱਕ ਦੇ ਉੱਪਰ ਨੀਲਾ ਤਾਰਾ ਸਾਕੇ ਤੋਂ ਕਈ ਮਹੀਨਿਆਂ ਤੋਂ ਸ਼ਸਤਰਬੰਦ ਪੁਲਿਸ ਤੇ ਅਰਧ-ਸੈਨਿਕ ਦਲਾਂ ਦਾ ਪਹਿਰਾ ਸੀ। ਅਕਾਲ ਤਖ਼ਤ ਦੂਸਰੀਆਂ ਇਮਾਰਤਾਵਾਂ ਤੋਂ ਬਿਲਕੁਲ ਅੱਡ ਪੱਛਮੀ ਬਾਹੀ ਤੇ ਹੈ ਤੇ ਇਸਦਾ ਪਿਛਲਾ ਪਾਸਾ ਇੱਕ ਭੀੜੇ ਬਾਜ਼ਾਰ ਨਾਲ ਲੱਗਦਾ ਹੈ। ਕਿਸੇ ਵੀ ਹਿਸਾਬ ਨਾਲ ਭਿੰਡਰਾਂਵਾਲੇ ਕੋਲ 300 ਤੋਂ 400 ਤੋਂ ਵੱਧ ਹਥਿਆਰਬੰਦ ਵਿਅਕਤੀ ਨਹੀਂ ਸਨ। ਕਈ ਵਾਰ ਤਾਂ ਉਹਦੇ ਕੋਲ, ਜਦੋਂ ਉਹਦੇ ਨਾਲ ਪੱਤਰਕਾਰਾਂ ਤੇ ਮੁਲਾਕਾਤੀਆਂ ਦੀ ਭੇਟ ਹੁੰਦੀ ਸੀ, ਤਾਂ ਉਹਦੇ ਕੋਲ ਦਰਜਨ ਤੋਂ ਵੀ ਘੱਟ ਅੰਗਰਖਿਅਕ ਹੁੰਦੇ ਸਨ। ਉਸ ਨੂੰ ਸਿਰਲੱਥ ਕਮਾਂਡੋਆਂ ਦਾ ਦਸਤਾ ਹੌਸਲੇ ਤੇ ਦ੍ਰਿੜਤਾ ਨਾਲ ਸਾਫ਼ ਕੱਪੜਿਆਂ ਵਿੱਚ ਜਾ ਕੇ ਕਾਬੂ ਕਰ ਸਕਦਾ ਸੀ। ਅਕਾਲ ਤਖ਼ਤ ਦੀ ਨਾਕਾਬੰਦੀ ਕੀਤੀ ਜਾ ਸਕਦੀ ਸੀ। ਪਾਣੀ ਬਿਜਲੀ ਬੰਦ ਕਰਕੇ ਅੰਦਰਲਿਆਂ ਨੂੰ ਅਧੀਨਗੀ ਪ੍ਰਵਾਨ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਸੀ। ਭਾਰਤੀ ਫੌਜ ਇਜ਼ਰਾਈਲੀਆਂ ਤੇ ਜਰਮਨ ਵਾਲਿਆਂ ਤੋਂ ਸਿੱਖਿਆ ਲੈ ਸਕਦੀ ਸੀ, ਜਿਨ੍ਹਾਂ ਨੇ ਆਪਣੇ ਮੁਲਕਾਂ ਤੋਂ ਹਜ਼ਾਰਾਂ ਮੀਲ ਦੂਰ ਬੰਦਕਾਂ ਨੂੰ ਆਤੰਕਵਾਦੀ ਦਲਾਂ ਤੋਂ ਆਜ਼ਾਦ ਕਰਵਾਇਆ ਸੀ। ਮਈ 1988 ਵਿੱਚ ਜਦੋਂ ਦਰਬਾਰ ਸਾਹਿਬ ਵਿੱਚ ਖਾਲਿਸਤਾਨੀ ਪਹਿਲਾਂ ਵਾਂਗ ਹੀ ਫਿਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਤਾਂ ਪੁਲਿਸ ਦੇ ਛਾਪਾਮਾਰਾਂ ਨੇ ਉਹਨਾਂ ਵਿੱਚੋਂ 200 ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ। ਸਿਰਫ 2 ਖਾਲਿਸਤਾਨੀ ਮਾਰੇ ਗਏ ਸਨ ਤੇ ਇਸ ਕਾਲੀ ਗਰਜੇ ਸਾਕੇ ਵਿੱਚ ਇੱਕ ਵਿਅਕਤੀ ਨੂੰ ਆਤਮਘਾਤ ਕੀਤਾ ਗਿਆ ਸੀ। ਪਰ ਸਰਕਾਰ ਨੇ ਪਹਿਲਾਂ ਤੋਂ ਹੀ ਰਾਜ ਕਰਦੀ ਪਾਰਟੀ ਦੇ ਨੇਤਾਵਾਂ ਨੇ ਭਿੰਡਰਾਂਵਾਲੇ ਦੀ ਸਹਾਇਤਾ ਕਰਨ ਤੇ ਉਸ ਨੂੰ ਨੇਤਾ ਸਥਾਪਿਤ ਕਰਨ ਦੀ ਖੁੱਲ੍ਹ ਦੇਈ ਰੱਖੀ ਤੇ ਪੁਲਿਸ ਨੇ ਅਰਧ-ਸੈਨਿਕ ਬਲਾਂ ਨੂੰ ਦਰਬਾਰ ਵਿੱਚ ਲੁਕਾ-ਛੁਪਾ ਕੇ ਹਥਿਆਰ ਆਉਂਦੇ ਵੇਖ ਕੇ ਅੱਖਾਂ ਬੰਦ ਰੱਖਣ ਦੀ ਆਗਿਆ ਦਿੱਤੀ ਤੇ ਮਗਰੋਂ ਫੌਜਾਂ ਨੂੰ ਟੈਂਕ ਤੇ ਭਾਰੀ ਤੋਪਾਂ ਨਾਲ ਫੁਰਤੀ ਨਾਲ ਹਮਲਾ ਕਰਨ ਦਾ ਹੁਕਮ ਦੇ ਦਿੱਤਾ।
ਸਿੱਖਾਂ ਨੂੰ ਇਸ ਗੱਲੋਂ ਮਾਫ਼ ਕੀਤਾ ਜਾ ਸਕਦਾ ਹੈ ਜੇਕਰ ਉਹ ਇਹ ਖਿਆਲ ਕਰਦੇ ਹਨ ਕਿ ਸ਼੍ਰੀਮਤੀ ਗਾਂਧੀ ਉਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਉਹ ਕਦੀ ਵੀ ਉਸ ਨੂੰ ਮਾਫ਼ ਨਹੀਂ ਕਰਨਗੇ ਜਿਸ ਦਾ ਨੀਲਾ ਤਾਰਾ ਸਾਕੇ ਨਾਲ ਕੋਈ ਵੀ ਸੰਬੰਧ ਰਿਹਾ ਹੋਵੇ। ਸਿੱਖਾਂ ਨੇ ਸੰਸਾਰ ਭਰ ਵਿੱਚ ਗੁਰਦੁਆਰਿਆਂ ਵਿੱਚ ਜਾ ਕੇ ਫੌਜ ਵੱਲੋਂ ਹਰਿਮੰਦਰ ਦੀ ਪਵਿੱਤਰਤਾ ਭੰਗ ਕਰਨ ਦੇ ਦਿਨ ਤੇ ਅਰਦਾਸ ਦਿਵਸ ਮਨਾਇਆ। ਭਾਰਤੀ ਦੂਤ ਘਰਾਂ ਤੇ ਕੌਂਸਲਖਾਨਿਆਂ ਵਿੱਚ ਭਾਰਤ ਤੋਂ ਬਾਹਰ ਵਿਸ਼ਾਲ ਮੁਜ਼ਾਹਰੇ ਕੀਤੇ ਗਏ। ਭਾਰਤ ਦੇ ਕਈ ਭਾਗਾਂ ਵਿੱਚ ਵਿਰੋਧ ਕਰਨ ਵਾਲਿਆਂ ਦੀਆਂ ਪੁਲਿਸ ਵਾਲਿਆਂ ਨਾਲ ਝੜਪਾਂ ਹੋਈਆਂ ਤੇ ਕਈ ਜਾਨਾਂ ਗਈਆਂ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੇ ਜ਼ਖਮਾਂ ਤੇ ਮੱਲ੍ਹ ਲਾਉਣ ਦੀ ਲੋੜ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਲੋਕਾਂ ਨੂੰ ਕਿਹਾ ਕਿ ਉਹ ਸਿੱਖਾਂ ਤੇ ਸ਼ੱਕ ਨਾ ਕਰਨ। ਉਹਨਾਂ ਨੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਉਹ ਵੱਖਵਾਦ ਦੀਆਂ ਗੱਲਾਂ ਨਾ ਕਰਨ। ਜ਼ਖਮਾਂ ਤੇ ਮੱਲ੍ਹ ਕਿਵੇਂ ਲਾਈ ਗਈ, ਇਹ ਇੱਕ ਵੱਖਰੀ ਕਹਾਣੀ ਸੀ। ਸਿੱਖਾਂ ਉੱਪਰ ਸ਼ੱਕ ਕੀਤਾ ਗਿਆ, ਪਰੇਸ਼ਾਨ ਕੀਤਾ ਗਿਆ ਤੇ ਉਹਨਾਂ ਨਾਲ ਭੇਦਭਾਵ ਵਰਤਿਆ ਗਿਆ। ਸਰਕਾਰ ਕੋਲ ਉਹ ਕਾਨੂੰਨੀ ਅਧਿਕਾਰ ਸਨ ਜਿਨ੍ਹਾਂ ਨਾਲ ਪੁਲਿਸ ਤੇ ਛੋਟੇ ਸਿਵਲ ਅਧਿਕਾਰੀ ਲੋਕਾਂ ਨੂੰ ਬਿਨਾਂ ਵਾਰੰਟ ਤੋਂ ਗ੍ਰਿਫਤਾਰ ਕਰ ਲੈਂਦੇ ਸਨ। ਜਿਹੜੇ ਨਜ਼ਰਬੰਦ ਕੀਤੇ ਗਏ ਸਨ ਉਹਨਾਂ ਨੂੰ ਵਕੀਲ ਕਰਨ ਦੀ ਵੀ ਆਗਿਆ ਨਹੀਂ ਸੀ, ਨਾ ਹੀ ਉਹਨਾਂ ਨੂੰ ਜਿਸਮਾਨੀ ਤੌਰ ਤੇ ਹਾਜ਼ਰ ਹੋਣ ਲਈ ਰਿਟ ਕਰਨ ਦੀ ਇਜਾਜ਼ਤ ਸੀ ਤੇ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨ ਤੱਕ ਉਹ ਕਸੂਰਵਾਰ ਹੀ ਸਮਝੇ ਜਾਂਦੇ ਸਨ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਸ਼ੇਸ਼ ਅਦਾਲਤਾਂ ਸਥਾਪਿਤ ਕਰ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਗੁਪਤ ਮੁਕੱਦਮੇ ਚਲਾਉਣ ਤੇ ਤੁਰੰਤ ਹੀ ਫੈਸਲਾ ਕਰਨ ਦੇ ਅਧਿਕਾਰ ਦਿੱਤੇ ਗਏ, ਜਿਨ੍ਹਾਂ ਵਿਰੁੱਧ ਅਪੀਲ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਸੀ। ਕਿਉਂਕਿ ਸੈਨਾ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਇੱਕ ਹੋਰ ਕਾਰਵਾਈ ਕਰਕੇ, ਜਿਸ ਦਾ ਨਾਮ ਵੁਡਰੋਜ਼ ਰੱਖਿਆ ਗਿਆ, ਹਰ ਪਿੰਡ ਵਿੱਚ ਸਿੱਖਾਂ ਦੇ ਘਰਾਂ ਦੀ ਕਿਸੇ ਇੱਕ ਵੀ ਹਿੰਦੂ ਦੇ ਘਰ ਦੀ ਤਲਾਸ਼ੀ ਨਹੀਂ ਲਈ ਗਈ ਸੀ। ਹਥਿਆਰ ਲੈਣ ਲਈ ਤਲਾਸ਼ੀ ਲਵੇ। ਸਿੱਖਾਂ ਨੂੰ ਮੁੜ ਪੁੱਛ ਪੜਤਾਲ ਲਈ ਹਿਰਾਸਤ ਵਿੱਚ ਰੱਖਿਆ ਗਿਆ, ਕੁੱਟਿਆ ਗਿਆ ਤੇ ਤਸੀਹੇ ਦਿੱਤੇ ਗਏ। ਸੈਨਿਕਾਂ ਦੇ ਵਿਹਾਰ ਦੀ ਆਲੋਚਨਾ ਨੂੰ ਵਿਦਰੋਹ ਦਾ ਨਾਮ ਦਿੱਤਾ ਗਿਆ। ਜਿਨ੍ਹਾਂ ਲੋਕਾਂ ਨੇ ਇਹ ਦੋਸ਼ ਲਾ ਕੇ ਉਹਨਾਂ ਨੂੰ ਭਗੌੜੇ ਕਰਾਰ ਕੀਤਾ ਗਿਆ ਤੇ ਗ੍ਰਿਫਤਾਰ ਕੀਤਾ ਗਿਆ, ਉਹਨਾਂ ਵਿੱਚ ਰਿਟਾਇਰਡ ਹੋਏ ਫੌਜੀ ਅਧਿਕਾਰੀ ਵੀ ਸਨ। ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਜਿਹੀਆਂ ਮਨੁੱਖੀ ਹਕੂਕ ਦੀਆਂ ਸੰਸਥਾਵਾਂ ਦੇ ਮੁਖੀ ਰਿਟਾਇਰਡ ਜਸਟਿਸ V.S. ਤਾਰਕੰਡੇ ਨੇ ਇੱਕ ਸਰਵੇਖਣ ਕੀਤਾ ਕਿ ਪੰਜਾਬ ਵਿੱਚ ਅਧਿਆਦੇਸ਼ ਤੇ ਵਿਰੋਧ ਦਾ ਦਮਨ ਕਰਨ ਵਾਲੇ ਕਾਨੂੰਨ ਕਿਵੇਂ ਲਾਗੂ ਕੀਤੇ ਜਾ ਰਹੇ ਹਨ। ਸਭ ਤੋਂ ਪ੍ਰਤੱਖ ਮਿਸਾਲ ਜਿਸ ਵਿੱਚ ਨਿਆਂ ਦੀ ਅਸਫਲਤਾ ਹੋਈ, ਉਹ ਨੀਲਾ ਤਾਰਾ ਸਾਕਾ ਸਮੇਂ ਦਰਬਾਰ ਸਾਹਿਬ ਸਮੂਹ ਵਿੱਚੋਂ ਗ੍ਰਿਫਤਾਰ ਕੀਤੇ ਗਏ 379 ਆਦਮੀ, ਇਸਤਰੀਆਂ ਤੇ ਬੱਚਿਆਂ ਦੀ ਸੀ। ਉਹਨਾਂ ਵਿੱਚ 4 ਬੱਚਿਆਂ ਦੀ ਮਾਂ 35 ਸਾਲਾਂ ਦੀ ਇੰਦਰਜੀਤ ਕੌਰ, ਜੋ ਦਰਬਾਰ ਸਮੂਹ ਦੇ ਨੇੜੇ ਹੀ ਰਹਿੰਦੀ ਸੀ ਤੇ ਹੋਰਨਾਂ ਵਾਂਗ ਦਰਬਾਰ ਸਾਹਿਬ ਵਿੱਚ ਸਵੇਰੇ ਦੀ ਪੂਜਾ ਪਾਠ ਵਿੱਚ ਸ਼ਾਮਿਲ ਹੁੰਦੀ ਸੀ, ਉਸ ਨੂੰ ਵੀ ਹੋਰਨਾਂ ਵਾਂਗ ਦਰਬਾਰ ਸਾਹਿਬ ਵਿੱਚੋਂ ਉਠਾ ਕੇ ਨਾਸਾ ਅਧੀਨ ਗ੍ਰਿਫਤਾਰ ਕਰਕੇ ਉਹਦੀ ਗ੍ਰਿਫਤਾਰੀ ਕਰਨ ਦੇ ਕਾਰਨਾਂ ਬਾਰੇ ਇੱਕ ਸਾਈਲੋਸਟਾਈਡ ਕਾਗਜ਼ ਦੇ ਕੇ ਇਨਕਲਾਬੀਆ ਬਿਆਨ ਦੇਣ ਲਈ ਕਿਹਾ ਗਿਆ। ਇਨਕਲਾਬੀਆ ਬਿਆਨ ਇਸ ਤਰ੍ਹਾਂ ਸੀ। ਬਿਆਨ ਕੀਤਾ ਜਾਂਦਾ ਹੈ ਕਿ ਮੈਂ ਆਟਾ ਮੰਡੀ ਅੰਮ੍ਰਿਤਸਰ ਦੀ ਵਸਨੀਕ ਹਾਂ ਤੇ ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਤੇ ਦਲ ਖਾਲਸਾ ਦੀ ਮੈਂਬਰ ਹਾਂ। ਭਾਈ ਅਮਰੀਕ ਸਿੰਘ ਇਹਨਾਂ ਸੰਗਠਨਾਂ ਦਾ ਮੁਖੀ ਸੀ। ਇਹ ਸੰਸਥਾਵਾਂ ਦੇ ਸੰਤ ਭਿੰਡਰਾਂਵਾਲੇ ਨਾਲ ਸੰਬੰਧ ਸਨ ਤੇ ਅਸੀਂ ਸਭ ਭਿੰਡਰਾਂਵਾਲੇ ਦੇ ਹੁਕਮਾਂ ਤੇ ਕਾਰਵਾਈ ਕਰਦੇ ਸੀ। ਸਿੱਖਾਂ ਦੀ ਵੱਖਰੀ ਹਸਤੀ ਕਾਇਮ ਰੱਖਣ ਲਈ ਸਾਡਾ ਉਦੇਸ਼ ਵੱਖਰੇ ਸੰਵਿਧਾਨ ਨਾਲ ਵੱਖਰਾ ਰਾਜ ਖਾਲਿਸਤਾਨ ਕਾਇਮ ਕਰਨਾ ਸੀ। ਇਸ ਉਦੇਸ਼ ਦੀ ਪੂਰਤੀ ਲਈ ਅਸੀਂ ਬਹੁਤ ਸਾਰੇ ਹਥਿਆਰ, ਅਸਲਾ, ਗੋਲਾ ਬਰੂਦ, ਬੰਬ ਤੇ ਧਮਾਕਾ ਖੇਜ ਸਮੱਗਰੀ ਵਿਦੇਸ਼ਾਂ ਤੋਂ ਪ੍ਰਾਪਤ ਕੀਤੀ ਤਾਂ ਕਿ ਅਸੀਂ ਖਾਲਿਸਤਾਨ ਕਾਇਮ ਕਰਨ ਲਈ ਸਰਕਾਰ ਤੇ ਹਮਲਾ ਕਰ ਸਕੀਏ। ਇਸ ਮਨੋਰਥ ਨਾਲ 6000 ਆਦਮੀ ਇਕੱਠੇ ਕੀਤੇ ਗਏ, ਜਿਨ੍ਹਾਂ ਨੂੰ ਮੇਜਰ ਜਨਰਲ ਸ਼ਭੇਗ ਸਿੰਘ ਨੇ ਸਿਖਲਾਈ ਦਿੱਤੀ, ਜਿਸ ਨੇ ਸਾਡਾ ਉਦੇਸ਼ ਯਾਤਰੀਆਂ ਤੋਂ ਅਤੇ ਸਰਕਾਰ ਤੋਂ ਗੁਪਤ ਰੱਖਿਆ। 5 ਜੂਨ ਨੂੰ ਦਰਬਾਰ ਸਾਹਿਬ ਵਿੱਚ ਨਿਯੁਕਤ ਸੁਰੱਖਿਆ ਬਲਾਂ ਨੇ ਸਾਨੂੰ ਬਾਹਰ ਆਉਣ ਦੀ ਚੇਤਾਵਨੀ ਦਿੱਤੀ। ਉਹਨਾਂ ਦੀ ਚੇਤਾਵਨੀ ਤੇ 120 ਵਿਅਕਤੀ ਦਰਬਾਰ ਸਾਹਿਬ ਤੋਂ ਬਾਹਰ ਆਏ ਗਏ।
ਅਸੀਂ ਕਈ ਗੁੱਟਾਂ ਵਿੱਚ ਸੀ। ਸੁਰੱਖਿਆ ਦਸਤਿਆਂ ਨੇ 10 ਅਗਸਤ ਤੱਕ ਗੋਲੀਬਾਰੀ ਜਾਰੀ ਰੱਖੀ। ਸਾਡੀ ਸੰਸਥਾ ਦੇ ਹੇਠ ਲਿਖੇ ਸਰਗਰਮ ਮੈਂਬਰ ਸਨ। ਮੈਂ ਤੇ ਇਹਨਾਂ ਆਦਮੀਆਂ ਨੇ ਬਹੁਤ ਧੜੱਲੇ ਨਾਲ ਕੰਮ ਕੀਤਾ। ਆਖਿਰ ਸੁਰੱਖਿਆ ਦਲਾਂ ਨੇ ਸਾਨੂੰ ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਕਰਦਿਆਂ ਰੋਕ ਲਿਆ। ਸਾਡੇ ਬਹੁਤ ਸਾਰੇ ਕਾਰਜਕਰਤਾ ਫੌਜ ਨਾਲ ਮੁਕਾਬਲਾ ਕਰਦੇ ਹੋਏ ਮਾਰੇ ਗਏ। ਸੈਨਾ ਨੇ ਕਾਫੀ ਹਥਿਆਰ ਤੇ ਗੋਲਾ ਬਰੂਦ ਦਰਬਾਰ ਸਾਹਿਬ ਦੇ ਨੇੜਿਓਂ ਫੜਿਆ। ਇਸ ਤੋਂ ਬਿਨਾਂ ਬਹੁਤ ਸਾਰੇ ਪਾਕਿਸਤਾਨੀ ਅਫਸਰ ਸਾਡੇ ਨਾਲ ਮਿਲ ਕੇ ਸਾਜ਼ਿਸ਼ ਕਰਦੇ ਸਨ ਤੇ ਸਰਕਾਰ ਵਿਰੁੱਧ ਲੜਦੇ ਸਨ। ਸਰਕਾਰ ਨੇ ਸੈਨਾ ਦੀ ਸਹਾਇਤਾ ਨਾਲ ਦਰਬਾਰ ਸਾਹਿਬ ਤਬਾਹ ਕਰ ਦਿੱਤਾ ਤੇ ਗੋਲੀ ਚਲਾ ਕੇ ਸਿੱਖਾਂ ਨੂੰ ਮਾਰ ਦਿੱਤਾ। ਅਸੀਂ ਹਰ ਮਾਰੇ ਗਏ ਸਿੱਖ ਦਾ ਬਦਲਾ ਲੈਣ ਲਈ 4 ਵਿਅਕਤੀ ਮਾਰਾਂਗੇ। ਜੇ ਸਾਨੂੰ ਰਿਹਾ ਵੀ ਕਰ ਦਿੱਤਾ ਗਿਆ ਤਾਂ ਅਸੀਂ ਫਿਰ ਹਥਿਆਰ ਇਕੱਠੇ ਕਰਾਂਗੇ ਤੇ ਵੱਖਰਾ ਰਾਜ ਖਾਲਿਸਤਾਨ ਬਣਾਉਣ ਲਈ ਲੜਾਂਗੇ। ਆਤੰਕਵਾਦ ਤੇ ਵੱਖਵਾਦੀ ਭਾਵਨਾਵਾਂ ਨੂੰ ਖਤਮ ਕਰਨ ਦੀ ਥਾਂ ਤੇ ਨੀਲਾ ਤਾਰਾ ਸਾਕਾ ਤੇ ਜੰਗਲੀ ਗੁਲਾਬ ਜਿਹੀ ਮੁਹਿੰਮ ਨੇ ਬੇਗਾਨਗੀ ਦੀ ਭਾਵਨਾ ਪੈਦਾ ਕਰਕੇ ਸੈਂਕੜੇ ਯੁਵਕ ਲੜਕੇ ਲੜਕੀਆਂ ਨੂੰ ਖਾਲਿਸਤਾਨੀ ਬਣਾ ਦਿੱਤਾ। ਉਨ੍ਹਾਂ 'ਚੋਂ ਬਹੁਤ ਸਾਰੇ ਸੈਨਾ ਦੇ ਲਾਏ ਜਾਲ ਤੋਂ ਬਚ ਕੇ ਪਾਕਿਸਤਾਨ ਦੀ ਸੀਮਾ ਅੰਦਰ ਚਲੇ ਗਏ ਤੇ ਉੱਥੇ ਹੀ ਆਪਣੀਆਂ ਗਤੀਵਿਧੀਆਂ ਦਾ ਟਿਕਾਣਾ ਬਣਾ ਲਿਆ। ਉੱਥੋਂ ਉਨ੍ਹਾਂ ਨੇ ਬੜੇ ਵਧੀਆ ਹਥਿਆਰ ਖਰੀਦੇ ਜੋ ਉੱਥੋਂ ਬੜੀ ਆਸਾਨੀ ਨਾਲ ਖਰੀਦੇ ਜਾ ਸਕਦੇ ਸਨ। ਹਥਿਆਰ ਖਰੀਦਣ ਲਈ ਉਨ੍ਹਾਂ ਨੂੰ ਇਹ ਪੈਸਾ ਇੰਗਲੈਂਡ, ਕੈਨੇਡਾ ਤੇ ਅਮਰੀਕਾ ਵਿੱਚ ਬੈਠੇ ਹਮਦਰਦਾਂ ਨੇ ਭੇਜਿਆ। ਉਹ ਬਹੁਤ ਬਰਬਰਤਾਪੂਰਨ ਖਾਲਿਸਤਾਨੀ ਕਾਰਵਾਈਆਂ ਕਰਨ ਵਿੱਚ ਸਫਲ ਹੋ ਗਏ ਕਿਉਂਕਿ ਫੌਜੀ ਕਾਰਵਾਈ ਪਿੱਛੋਂ ਲੋਕਾਂ ਦੀ ਹਮਦਰਦੀ ਉਨ੍ਹਾਂ ਨਾਲ ਹੋ ਗਈ ਸੀ। ਇਹ ਭੁਲੇਖਾ ਛੇਤੀ ਹੀ ਦੂਰ ਹੋ ਗਿਆ ਕਿ ਨੀਲਾ ਤਾਰਾ ਸਾਕਾ ਸਿੱਖਾਂ ਦੀ ਹੋਸ਼ ਟਿਕਾਣੇ ਲਾ ਕੇ ਉਨ੍ਹਾਂ ਨੂੰ ਸਿੱਧੇ ਰਾਹ ਤੇ ਲਿਆਵੇਗਾ ਤੇ ਉਹ ਸਮਝੌਤੇ ਲਈ ਤਿਆਰ ਹੋ ਜਾਣਗੇ। ਚਿੜਚਿੜੇਪਨ ਤੇ ਉਦਾਸੀ ਨੇ ਉਨ੍ਹਾਂ ਵਿੱਚ ਏਕਤਾ ਪੈਦਾ ਕਰ ਦਿੱਤੀ। ਸਰਕਾਰ ਨੇ ਪਹਿਲਾਂ ਸੰਤ ਲੌਂਗੋਵਾਲ ਤੇ ਟੌਡੇ ਨੂੰ ਤੇ ਫਿਰ ਬਾਦਲ ਤੇ ਬਰਨਾਲੇ ਨੂੰ ਬੰਦੀ ਬਣਾ ਕੇ ਅਕਾਲੀ ਨੇਤਰਤਵ ਵਿੱਚ ਖਲਾਅ ਪੈਦਾ ਕਰ ਦਿੱਤਾ ਤੇ ਉਨ੍ਹਾਂ ਦੀ ਥਾਂ ਉਨ੍ਹਾਂ ਨੇ ਮੱਲ ਲਈ ਜਿਨ੍ਹਾਂ ਦਾ ਸਰਕਾਰ ਪ੍ਰਤੀ ਰਵੱਈਆ ਹੋਰ ਵੀ ਜ਼ਿਆਦਾ ਆਕਰਮਣਕਾਰੀ ਸੀ। ਨੀਲਾ ਤਾਰਾ ਸਾਕਾ ਜੋ 1 ਮਹੀਨਾ ਮਗਰੋਂ ਉਨ੍ਹਾਂ ਨੇ ਸਿੱਖਾਂ ਨੂੰ ਸ਼ਹੀਦੀ ਜਥੇ ਬਣਾ ਕੇ ਫੌਜ ਦੇ ਪੰਜੇ ਤੋਂ ਸਵਰਨ ਮੰਦਰ ਸਮੂਹ ਨੂੰ ਆਜ਼ਾਦ ਕਰਵਾਉਣ ਲਈ ਅੰਮ੍ਰਿਤਸਰ ਵੱਲ ਜਾਣ ਦਾ ਆਦੇਸ਼ ਦਿੱਤਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਅਕਾਲ ਤਖ਼ਤ ਇਸ ਤਰ੍ਹਾਂ ਹੀ ਖਸਤਾ ਹਾਲਤ ਭਾਰਤੀ ਸੈਨਾਵਾਂ ਦੀ ਕਾਰਵਾਈ ਨੂੰ ਯਾਦਗਾਰ ਵਜੋਂ ਕਾਇਮ ਰੱਖਿਆ ਜਾਵੇਗਾ। ਸਰਕਾਰ ਸਿੱਖਾਂ ਵਿੱਚ ਵੈਰ ਭਾਵਨਾ ਦੀ ਪੁਨਰ ਉਥਾਨ ਦੀ ਰੁਚੀ ਤੋਂ ਘਬਰਾ ਗਈ। ਸ਼੍ਰੀਮਤੀ ਗਾਂਧੀ ਨੇ ਬੂਟਾ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਅਕਾਲ ਤਖ਼ਤ ਦਾ ਘੱਟ ਤੋਂ ਘੱਟ ਸਮੇਂ ਵਿੱਚ ਪੁਨਰ ਨਿਰਮਾਣ ਕਰਵਾਏ। ਅਕਾਲੀ ਨੇਤਾਵਾਂ ਨੇ ਬਿਨਾਂ ਉਹ ਸਿਰਫ ਤਖ਼ਤਾਂ ਦੇ ਜਥੇਦਾਰਾਂ ਨਾਲ ਹੀ ਗੱਲਬਾਤ ਕਰ ਸਕਦਾ ਸੀ। ਗਿਆਨੀ ਕਿਰਪਾਲ ਸਿੰਘ ਜਥੇਦਾਰ ਅਕਾਲ ਤਖ਼ਤ ਤੇ ਹਰਿਮੰਦਰ ਗੱਲਬਾਤ ਕਰ ਸਕਦਾ ਸੀ। ਗਿਆਨੀ ਕਿਰਪਾਲ ਸਿੰਘ ਜਥੇਦਾਰ ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਦਾ ਗ੍ਰੰਥੀ ਗਿਆਨੀ ਸਾਹਿਬ ਸਿੰਘ ਜਿਨ੍ਹਾਂ ਨੇ ਪਹਿਲਾਂ ਫੌਜ ਦੇ ਹੱਕ ਵਿੱਚ ਬਿਆਨ ਦੇ ਦਿੱਤਾ ਸੀ, ਹੁਣ ਸਿੱਖ ਜਨਤਾ ਦਾ ਵਿਰੋਧ ਭਾਂਪ ਕੇ ਨਾਂਹ ਕਰ ਗਏ। ਬੂਟਾ ਸਿੰਘ ਨੇ ਬਾਬਾ ਖੜਕ ਸਿੰਘ ਤੱਕ ਪਹੁੰਚ ਕੀਤੀ ਜਿਹੜਾ ਇੱਕ ਅਤੀ ਸਤਿਕਾਰਯੋਗ ਸੰਤ ਸੀ ਜਿਸ ਨੇ ਸਾਰੀ ਉਮਰ ਹੀ ਗੁਰਦੁਆਰਿਆਂ ਵਿੱਚ ਕਾਰ ਸੇਵਾ ਕਰਦਿਆਂ ਗੁਜ਼ਾਰ ਦਿੱਤੀ। ਖੜਕ ਸਿੰਘ ਨੇ ਬੂਟਾ ਸਿੰਘ ਨੂੰ ਸਖਤ ਝਾੜ ਪਾਈ ਕਿ ਉਹ ਕਾਰ ਸੇਵਾ ਤਦ ਹੀ ਪ੍ਰਵਾਨ ਕਰੇਗਾ ਜੇ ਉਸ ਨੂੰ ਮੁਖੀ ਗ੍ਰੰਥੀ ਤੇ ਜਥੇਦਾਰ ਕਹਿਣਗੇ। ਬੂਟਾ ਸਿੰਘ ਨੇ ਜਥੇਦਾਰਾਂ ਤੋਂ ਲਾਮੇ ਜਾਣ ਦੀ ਕੋਸ਼ਿਸ਼ ਕੀਤੀ ਤੇ ਸਰਬੱਤ ਖਾਲਸਾ ਬੁਲਾ ਕੇ ਬੁੱਢਾ ਦਲ ਦੇ ਜਥੇਦਾਰ ਬਾਬਾ ਸੰਤ ਸਿੰਘ ਨੂੰ ਕਾਰ ਸੇਵਾ ਸੰਭਾਲਣ ਲਈ ਕਿਹਾ। ਸਰਕਾਰੀ ਸਰਪ੍ਰਸਤੀ ਵਾਲਾ ਸਰਬੱਤ ਖਾਲਸਾ 11 ਅਗਸਤ 1984 ਨੂੰ ਬੁਲਾਇਆ ਗਿਆ ਜਿਸ ਦੀ ਪ੍ਰਧਾਨਗੀ ਸੰਤਾ ਸਿੰਘ ਨੇ ਕੀਤੀ। ਦਰਬਾਰਾ ਸਿੰਘ ਦੀ ਅਗਵਾਈ ਵਿੱਚ ਕਾਂਗਰਸੀਆਂ ਤੋਂ ਬਿਨਾਂ ਬਾਕੀ ਦੇ ਜ਼ਿਆਦਾ ਲੋਕ ਤਾਂ ਕਿਸਾਨ ਸਨ ਜਿਨ੍ਹਾਂ ਨੂੰ ਸਰਕਾਰੀ ਬੱਸਾਂ ਤੇ ਮੁਫਤ ਦੇ ਸੈਰ ਸਪਾਟੇ ਲਈ ਅੰਮ੍ਰਿਤਸਰ ਲਿਆਂਦਾ ਗਿਆ। ਬੂਟਾ ਸਿੰਘ ਨੇ ਇਸ ਮੌਕੇ ਦੀ ਵਰਤੋਂ ਅਕਾਲੀਆਂ ਦੀ ਭੰਡੀ ਕਰਨ ਲਈ ਕੀਤੀ। ਉਸਨੇ ਕਿਹਾ ਉਨ੍ਹਾਂ ਨੇ ਸਦਾ ਹੀ ਨਿਰਦੋਸ਼ ਤੇ ਭੋਲੇ ਭਾਲੇ ਸਿੱਖਾਂ ਨੂੰ ਕੁਰਾਹੇ ਪਾਇਆ ਹੈ ਤੇ ਆਪਣੇ ਧਨ ਤੇ ਸਹੂਲਤ ਦੀ ਦੁਰਵਰਤੋਂ ਕੀਤੀ ਹੈ। ਸੰਤਾ ਸਿੰਘ ਨੇ ਟੌਡੇ ਨੂੰ ਪੰਥ ਚੋਂ ਛੇਕਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ। ਸਰਕਾਰ ਨੇ ਸਿੱਖ ਗੁਰਦੁਆਰਾ ਕਾਨੂੰਨ ਵਿੱਚ ਸੋਧ ਕਰਨ ਦਾ ਵਿਚਾਰ ਬਣਾਇਆ ਤਾਂ ਜੋ ਉਹ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਵਧੇਰੇ ਆਗਿਆਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰ ਸਕੇ। ਇਹ ਯੋਜਨਾ ਤਿਆਰ ਕੀਤੀ ਗਈ ਤੇ ਬੂਟਾ ਸਿੰਘ ਤੇ ਦਰਬਾਰਾ ਸਿੰਘ ਨੂੰ ਅਕਾਲ ਤਖ਼ਤ ਦੇ ਪੁਨਰ ਨਿਰਮਾਣ ਦਾ ਕਾਰਜ ਸ਼ੁਰੂ ਕਰਨ ਦੇ ਆਦੇਸ਼ ਦੇ ਦਿੱਤੇ ਗਏ।
ਸੰਤਾ ਸਿੰਘ ਦੇ ਪੈਰੋਕਾਰ 150 ਨਿਹੰਗਾਂ ਤੋਂ ਬਿਨਾਂ ਕੁਝ ਸਿੱਖ ਵੀ ਕਾਰ ਸੇਵਾ ਲਈ ਸਵੈ ਇੱਛਾ ਨਾਲ ਅੱਗੇ ਆਏ। ਵਧੇਰੇ ਕੰਮ ਕੇਂਦਰੀ ਲੋਕ ਨਿਰਮਾਣ ਵਿਭਾਗ ਦੀ ਨਿਗਰਾਨੀ ਹੇਠ ਠੇਕੇਦਾਰਾਂ ਨੂੰ ਸੌਂਪ ਦਿੱਤਾ ਗਿਆ। ਸਰਕਾਰ ਨੇ ਗੁੰਬਦ ਨੂੰ ਪੱਤਰਿਆਂ ਨਾਲ ਢੱਕਣ ਲਈ ਸੋਨਾ ਦਿੱਤਾ। ਜਦੋਂ ਉਸਾਰੀ ਜਾਰੀ ਸੀ ਤਾਂ ਜਥੇਦਾਰਾਂ ਨੇ ਇੱਕ ਹੋਰ ਸਰਬੱਤ ਖਾਲਸਾ ਦਾ ਆਯੋਜਨ ਕੀਤਾ। ਪੰਜਾਬ ਸਰਕਾਰ ਨੇ ਰੋਕ ਪਾਉਣ ਲਈ ਅੰਮ੍ਰਿਤਸਰ ਨੂੰ ਆਉਣ ਵਾਲੇ ਰਾਹਾਂ 'ਤੇ ਨਾਕੇ ਲਾ ਕੇ ਪਿੰਡਾਂ ਦੇ ਮੁਖੀਆਂ ਨੂੰ ਚੇਤਾਵਨੀ ਦੇ ਕੇ ਪੂਰੀ ਵਾਹ ਲਾਈ। ਪਰੰਤੂ ਫਿਰ ਵੀ 1 ਤੇ 2 ਸਤੰਬਰ 1984 ਨੂੰ ਬੁਲਾਏ ਗਏ ਸਰਬੱਤ ਖਾਲਸਾ ਵਿੱਚ ਹਾਜ਼ਰੀ ਸਰਕਾਰੀ ਸਰਬੱਤ ਖਾਲਸਾ ਸੰਮੇਲਨ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਸੀ। ਇਸ ਸਮਾਗਮ ਵਿੱਚ ਰਾਸ਼ਟਰਪਤੀ ਜੈਲ ਸਿੰਘ, ਬੂਟਾ ਸਿੰਘ, ਸੰਤਾ ਸਿੰਘ ਨਿਹੰਗ ਨੂੰ ਤਨਖਾਹੀਆ ਐਲਾਨਿਆ ਗਿਆ। ਇਹ ਮਤਾ ਵੀ ਪਾਸ ਕੀਤਾ ਗਿਆ ਕਿ ਜੇ ਫੌਜ ਨੇ 1 ਅਕਤੂਬਰ ਤੱਕ ਦਰਬਾਰ ਸਮੂਹ ਖਾਲੀ ਨਾ ਕੀਤਾ ਤਾਂ ਸ਼ਹੀਦੀ ਜਥੇ ਇਸ 'ਤੇ ਅਧਿਕਾਰ ਕਰਨ ਲਈ ਭੇਜੇ ਜਾਣਗੇ। ਸ਼੍ਰੀਮਤੀ ਗਾਂਧੀ ਵੀ ਢਿੱਲੀ ਪੈ ਗਈ। 25 ਸਤੰਬਰ 1984 ਨੂੰ ਉਸਨੇ ਐਲਾਨ ਕੀਤਾ ਕਿ ਸੈਨਾ ਸਵਰਨ ਮੰਦਰ ਵਿੱਚੋਂ ਹਟਾ ਲਈ ਜਾਵੇਗੀ। ਉਸਨੇ ਕਿਹਾ, ਕਿਉਂਕਿ ਹੁਣ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ, ਇਸ ਲਈ ਹੁਣ ਪ੍ਰਤੀਕ ਵਜੋਂ ਰੱਖੀ ਸੈਨਾ ਵੀ ਵਾਪਸ ਬੁਲਾਈ ਜਾਵੇਗੀ। ਰਾਸ਼ਟਰਪਤੀ ਜੈਲ ਸਿੰਘ ਸਿੱਖ ਸੰਗਤ ਨੂੰ ਦਰਬਾਰ ਸਮੂਹ ਸੌਂਪਣ ਦੀ ਰਸਮ ਸਮੇਂ ਹਾਜ਼ਰ ਹੋਣ ਤੇ ਆਪਣੇ ਵਿਰੁੱਧ ਭਾਈਚਾਰੇ 'ਚੋਂ ਛੇਕਣ ਦਾ ਹੁਕਮ ਰੱਦ ਕਰਾਉਣ ਲਈ ਬਹੁਤ ਬੇਬਲ ਸੀ। ਉਸਦਾ ਏਲਚੀ ਜਥੇਦਾਰਾਂ ਤੇ ਗ੍ਰੰਥੀਆਂ ਨੂੰ ਮਨਾਉਣ ਵਿੱਚ ਸਫਲ ਹੋ ਗਿਆ। ਉਸ ਮੌਕੇ ਉਸਦੇ ਭਾਸ਼ਣ ਨੂੰ ਮੁਆਫ਼ੀ ਵਜੋਂ ਲਿਆ ਗਿਆ। ਉਸਨੇ ਕਿਹਾ, ਮੈਂ ਇਸ ਅਭਾਗੀ ਘਟਨਾ ਲਈ ਗੁਰੂ ਸਾਹਿਬਾਨ ਤੋਂ ਖਿਮਾ ਦਾ ਜਾਚਕ ਹਾਂ। ਜਥੇਦਾਰ ਕਿਰਪਾਲ ਸਿੰਘ ਨੇ ਵਧੇਰੇ ਖਾੜਕੂ ਸੁਰ ਵਿੱਚ ਕਿਹਾ, ਜੇ ਸਰਕਾਰ ਸਿੱਖ ਵਿਰੋਧੀ ਵਤੀਰਾ ਜਾਰੀ ਰੱਖੇਗੀ ਤੇ ਸਿੱਖਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਸਮਝੇਗੀ ਤਾਂ ਉਹ ਸਿਰਫ ਮੁਲਕ ਦੀ ਏਕਤਾ ਲਈ ਖਤਰਾ ਹੀ ਨਹੀਂ ਸਹੇੜੇਗੀ, ਸਗੋਂ ਸੰਪਰਦਾਇਕ ਅਣਜੋੜ ਤੇ ਵਿਗਾੜ ਵੀ ਪੈਦਾ ਕਰੇਗੀ। ਉਸਨੇ ਮੰਗ ਕੀਤੀ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 'ਤੇ ਲਾਈ ਪਾਬੰਦੀ ਹਟਾ ਲਈ ਜਾਵੇ, ਅਕਾਲੀ ਨੇਤਾਵਾਂ ਨੂੰ ਰਿਹਾਅ ਕੀਤਾ ਜਾਵੇ, ਸਿੱਖ ਯੁਵਕਾਂ ਦੀਆਂ ਵੱਡੇ ਪੱਧਰ 'ਤੇ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਬੰਦ ਕੀਤੀਆਂ ਜਾਣ। ਜਿਹੜੇ ਪਰਿਵਾਰਾਂ ਨੇ ਫੌਜੀ ਕਾਰਵਾਈ ਦੌਰਾਨ ਦੁੱਖ ਝੱਲੇ ਹਨ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਰਾਸ਼ਟਰਪਤੀ ਜੈਲ ਸਿੰਘ ਨੂੰ ਪੰਥ 'ਚੋਂ ਛੇਕਣ ਦਾ ਹੁਕਮਨਾਮਾ ਵਾਪਸ ਲੈ ਲਿਆ ਗਿਆ। ਬੂਟਾ ਸਿੰਘ ਇਤਨਾ ਭਾਗਸ਼ਾਲੀ ਨਹੀਂ ਸੀ। ਉਸਨੂੰ ਵਧੇਰੇ ਨੁਕਸਾਨ ਹੋਣ ਦਾ ਡਰ ਸੀ, ਕਿਉਂਕਿ ਉਹਦਾ ਹਲਕਾ ਸਿੱਖ ਬਹੁ-ਵਸੋਂ ਵਾਲਾ ਸੀ ਤੇ ਕੁਝ ਮਹੀਨੇ ਤੱਕ ਚੋਣਾਂ ਹੋਣ ਵਾਲੀਆਂ ਸਨ। ਉਸਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦੇ ਭਵਨ ਵਾਪਸ ਕਰਨ ਅਤੇ ਬੜੀਆਂ ਹੀ ਸੁਭਾਗਸ਼ਾਲੀ ਵਸਤੂਆਂ ਪਾਕਿਸਤਾਨੀ ਸਿੱਕਿਆਂ ਸਮੇਤ ਮੋੜਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਜਥੇਦਾਰ ਫਿਰ ਵੀ ਢਿੱਲੇ ਨਾ ਪਏ। 1 ਅਕਤੂਬਰ ਨੂੰ ਫੌਜ ਦਰਬਾਰ ਸਾਹਿਬ ਸਮੂਹ ਤੋਂ ਵਾਪਸ ਬੁਲਾ ਲਈ ਗਈ। ਇਸਨੇ ਕਾਰਜਭਾਰ SGPC ਨੂੰ ਨਹੀਂ ਸਗੋਂ ਜਥੇਦਾਰਾਂ ਨੂੰ ਸੌਂਪਿਆ। ਫੌਜੀ ਕਾਰਵਾਈਆਂ ਨੇ ਸਿੱਖਾਂ ਤੇ ਹਿੰਦੂਆਂ ਵਿੱਚ ਪਾੜਾ ਵਧਾ ਦਿੱਤਾ, ਕਿਉਂਕਿ ਹਿੰਦੂਆਂ ਨੇ ਫੌਜੀ ਕਾਰਵਾਈ ਦਾ ਸਵਾਗਤ ਕੀਤਾ ਤੇ ਸਿੱਖਾਂ ਨੇ ਵਿਰੋਧ। ਇਸਨੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖਾਲਿਸਤਾਨੀ ਲਹਿਰ ਦਾ ਪਹਿਲਾ ਸ਼ਹੀਦ ਬਣਾ ਦਿੱਤਾ। ਭਾਰਤ ਨੂੰ ਇਸ ਭੁੱਲ ਤੇ ਗਲਤ ਅਨੁਮਾਨ ਦੀ ਭਾਰੀ ਕੀਮਤ ਤਾਰਨੀ ਪਈ। ਸਭ ਤੋਂ ਵਧੇਰੇ ਮਹਿੰਗਾ ਮੁੱਲ ਭੁੱਲ ਕਰਨ ਵਾਲੀ ਸ਼ਖਸੀਅਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਰੂਪ ਵਿੱਚ ਦੇਣਾ ਪਿਆ। ਅੱਜ ਅਸੀਂ ਇਸ ਕਿਤਾਬ ਦੇ 366 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।